कबीर बैद कहे होहूं भला, दारू मेरे वस, एह तो वस्त गोपाल की, जब भावै ले खस। ਤਾਂ ਇਹ ਕਬੀਰ ਸ਼ਬਦ ਦੇ ਉੱਤੇ ਥੋੜਾ ਜਿਹਾ ਵਿਸ਼ਰਾਮ ਲਗਾਣਾ ਹੈ। ਕਬੀਰ ਬੈਦ ਕਹੇ ਹੋਂ ਹੀ ਭਲਾ, ਜੋ ਹਉ ਸ਼ਬਦ ਲਿਖਿਆ ਹੈ ਇਸ ਨੂੰ ਬਿੰਦੀ ਲਗਾ ਕੇ ਪੜਾਂਗੇ ਹੋਂ। ਹੋਂ ਦਾ ਮਤਲਬ ਮੈਂ, ਭਲਾ ਦਾ ਮਤਲਬ ਚੰਗਾ ਸਿਆਣਾ, दारू ਦਾ ਮਤਲਬ ਇੱਥੇ ਹੈਗਾ ਦਵਾਈ, ਵਸ ਦਾ ਮਤਲਬ ਇਖਤਿਆਰ। ਇਹ ਤੋਂ ਬਸਤ ਗੋਪਾਲ ਕੀ, ਇਹਨੂੰ ਗੋਪਾਲ ਨਹੀਂ ਪੜਨਾ, ਗੋਪਾਲ ਪੜਨਾ ਹੈ। ਗੱਗੇ ਥੱਲੇ ਜਿਹੜਾ ਔਂਕੜ ਹੈ। ਵਸਤ ਦਾ ਮਤਲਬ ਵਸਤੂ, ਜਿਹੜੀ ਸਾਡੀ ਜਿੰਦ ਹੈ। ਵਸਤ ਦਾ ਮਤਲਬ ਵਸਤੂ ਤੇ ਖਾਸ ਦਾ ਮਤਲਬ ਖੋਹ ਲੈਂਦਾ ਹੈ। ਭਗਤ ਕਬੀਰ ਜੀ ਕਹਿੰਦੇ ਨੇ ਕਿ ਇਹ ਕਬੀਰ ਆਖ ਹਕੀਮ ਜੋ ਬੰਦਾ ਹੈ ਉਹ ਇਹ ਕਹਿੰਦਾ ਕਿ ਮੈਂ ਬੜਾ ਸਿਆਣਾ ਹਾਂ, ਮੇਰੇ ਵਸ ਦੇ ਅੰਦਰ ਦਵਾਈ ਦਾਰੂ ਹੈ, ਰੋਗਾਂ ਦਾ ਇਲਾਜ ਹੈ, ਮੇਰੇ ਅਖਤਿਆਰ ਵਿੱਚ ਹੈ, ਮੈਂ ਰੋਗਾਂ ਦਾ ਇਲਾਜ ਕਰਨਾ ਜਾਣਦਾ। ਕਬੀਰ ਜੀ ਕਹਿੰਦੇ ਹਨ ਇਹ ਤੋਂ ਬਸਤ ਗੋਪਾਲ ਕੀ, ਜਬ ਭਾਵੈ ਲੇਖਸ। ਇਹ ਰੱਬ ਦੀ ਵਸਤੂ ਹੈ, ਜਦੋਂ ਉਹ ਚਾਹੁੰਦਾ ਹੈ ਉਦੋਂ ਉਹ ਖੋਹ ਲੈਂਦਾ। ਯਾਨੀ ਕੋਈ ਵੀ ਵੈਦ ਹਕੀਮ ਸਾਨੂੰ ਸदैਵੀਂ ਸਰੀਰਕ ਜ਼ਿੰਦਗੀ ਨਹੀਂ ਦੇ ਸਕਦਾ। ਇੱਥੇ ਜੋ ਸਮਝਣ ਵਾਲੀ ਗੱਲ ਹੈ, ਮਤਾ ਕਈ ਵਾਰ ਭੁਲੇਖਾ ਪੈ ਜਾਂਦਾ ਹੈ ਮਨ ਦੇ ਅੰਦਰ ਕਿ ਇੱਥੇ ਵੈਦ ਹਕੀਮ ਦੀ ਖਿਲਾਫ ਬੋਲਿਆ ਜਾ ਰਿਹਾ ਹੈ। ਐਸਾ ਨਹੀਂ ਹੈ। ਦੇਖੋ, ਵੈਦ ਹਕੀਮ ਡਾਕਟਰ ਲੋਕ ਜਿਹੜੇ ਨੇ ਉਹਨਾਂ ਨੇ ਬਹੁਤ ਵੱਡੀਆਂ ਖੋਜਾਂ ਕੀਤੀਆਂ ਨੇ, ਉਹ ਰੋਗਾਂ ਦਾ ਇਲਾਜ ਕਰਦੇ ਨੇ। ਬਹੁਤ ਸਾਰੇ ਰੋਗਾਂ ਤੋਂ ਮੁਕਤੀ ਵੀ ਡਾਕਟਰ ਵੈਦਾਂ ਹਕੀਮਾਂ ਕਰਕੇ ਮਨੁੱਖਾਂ ਨੂੰ ਮਿਲੀ ਹੈ। ਜਿਵੇਂ ਮਿਸਾਲ ਵਜੋਂ ਕਿੰਨੇ ਸਾਰੇ ਲੋਕਾਂ ਦੀਆਂ ਮੌਤਾਂ ਹੈਜੇ ਨਾਲ ਹੋ ਜਾਂਦੀਆਂ ਸਨ, ਪਲੈਗ ਨਾਲ ਹੁੰਦੀਆਂ ਸਨ, ਜਾਂ ਪੋਲੀਓ ਵਗੈਰਾ ਹੋ ਜਾਂਦਾ ਸੀ, ਚੇਚਕ ਸੀ। ਇਹਨਾਂ ਬਹੁਤ ਸਾਰੇ ਰੋਗਾਂ ਦੇ ਉੱਤੇ ਕੰਟਰੋਲ ਕਰ ਲਿਆ ਗਿਆ। ਗੱਲ ਇੱਥੇ ਹੈਗੀ ਹੈ ਸदैਵੀਂ ਜ਼ਿੰਦਗੀ ਦੀ, ਮੌਤ ਦੀ। ਯਾਨੀ ਮੌਤ ਦੀ ਕੋਈ ਦਵਾਈ ਨਹੀਂ ਹੈ, ਆਖਿਰ ਬੰਦੇ ਨੂੰ ਮਰਨਾ ਪੈਣਾ ਹੈ। ਹੋ ਸਕਦਾ ਹੈ ਆਉਣ ਵਾਲੇ ਟਾਈਮ ਦੇ ਅੰਦਰ ਦਵਾਈਆਂ ਦੀ ਹੋਰ ਖੋਜ ਹੋਵੇ ਤੇ ਬੰਦੇ ਦੀ ਜ਼ਿੰਦਗੀ 200, 400, 500 ਸਾਲ ਲੰਮੀ ਹੋ ਜਾਏ। ਹੋ ਸਕਦਾ ਹੈ, ਪੋਸੀਬਿਲਿਟੀ ਹੈ, ਲੇਕਿਨ ਆਖਿਰ ਮਰਨਾ ਤਾਂ ਪੈਣਾ ਹੈ। ਸਰੀਰਕ ਮੌਤ ਤੋਂ ਕੋਈ ਨਹੀਂ ਬਚਾ ਸਕਦਾ। ਪਹਿਲੀ ਗੱਲ ਇਹ ਸਮਝਣ ਵਾਲੀ ਹੈ ਕਿ ਜੇ ਸੈਂਕੜੇ ਸਾਲ, ਹਜ਼ਾਰਾਂ ਸਾਲ ਲੰਬੀ ਜ਼ਿੰਦਗੀ ਵੀ ਮਿਲ ਜਾਏ, ਸਪੋਜ਼ ਕਿ ਹਜ਼ਾਰਾਂ ਸਾਲ ਦੀ ਜ਼ਿੰਦਗੀ ਮਿਲ ਜਾਏ, ਫਿਰ ਵੀ ਮਰਨਾ ਪਵੇਗਾ। ਬਾਬਾ ਫਰੀਦ ਜੀ ਦਾ ਪਾਵਨ ਕਥਨ ਹੈ, ਜੇ 100 ਵਰਿਆਂ ਜੀਵਣਾ ਧੀ ਤਨ ਹੋਸੀ ਖੇ। ਯਾਨੀ ਆਤਮਿਕ ਮੌਤ ਜਿਹੜੀ ਹੈ, ਸਰੀਰਕ ਮੌਤ ਫਿਰ ਵੀ ਹੋ ਜਾਏਗੀ। ਦੂਜੀ ਗੱਲ ਜੋ ਇੱਥੇ ਸਮਝਣ ਵਾਲੀ ਹੈ ਕਿ ਜੋ ਆਤਮਿਕ ਮੌਤ ਹੈ ਉਹਦੇ ਤੋਂ ਕੋਈ ਦਵਾਈ ਦਾਰੂ ਨਹੀਂ ਬਚਾ ਸਕਦੀ। ਸਰੀਰਕ ਰੋਗਾਂ ਦਾ ਇਲਾਜ ਤੇ ਹੈ, ਲੇਕਿਨ ਆਤਮਿਕ ਮੌਤ ਦਾ ਜਿਹੜਾ ਇਲਾਜ ਹੈ ਕੋਈ ਦਵਾਈ ਦਾਰੂ ਨਹੀਂ ਹੈ। ਜੇ ਕੋਈ ਕਵੇ ਜਿਵੇਂ ਢਿੱਡ ਪੀੜ ਹੋ ਰਹੀ ਹੈ ਤੇ ਮੈਂ ਜਵੈਣ ਥੋੜੀ ਜਿਹੀ ਫੱਕਾ ਲਾ ਲਵਾਂ ਤਾਂ ਪੇਟ ਦਰਦ ਠੀਕ ਹੋ ਜਾਏ, ਹੋ ਸਕਦੀ ਹੈ। ਪਰ ਜੇ ਕੋਈ ਕਹੇ ਕਿ ਮੈਂ ਜਵੈਣ ਦਾ ਫੱਕਾ ਲਾ ਲਵਾਂ ਤੇ ਮੇਰੇ ਅੰਦਰੋਂ ਇਨਸਾਨੀਅਤ ਨਾ ਮਰੇ, ਮੇਰੀ ਆਤਮਿਕ ਮੌਤ ਨਾ ਹੋਵੇ, ਤਾਂ ਐਵੇਂ ਨਹੀਂ। ਇਹੋ ਜਿਹੀ ਕੋਈ ਦਵਾਈ ਨਹੀਂ ਜਿਹੜੀ ਦਵਾਈ ਸਾਨੂੰ ਆਤਮਿਕ ਮੌਤ ਤੋਂ ਬਚਾ ਸਕੇ। ਉਹ ਹੈ ਰੱਬ ਦੀ ਰਜ਼ਾ, ਉਹ ਹੈ ਰੱਬੀ ਗੁਣ। ਰੱਬੀ ਗੁਣਾਂ ਮੁਤਾਬਕ ਜ਼ਿੰਦਗੀ ਜੀ ਕੇ ਅਸੀਂ ਆਤਮਿਕ ਮੌਤ ਤੋਂ ਬਚ ਸਕਦੇ ਹਾਂ। ਤਾਂ ਇਸ ਪਾਵਨ ਸਲੋਕ ਦਾ ਜੋ ਸਾਰਾ ਸਮੁੱਚਾ ਭਾਵ ਹੈ ਉਹ ਇਹ ਹੈ ਕਿ ਕਦੇ ਵੀ ਸਾਨੂੰ ਸदैਵੀਂ ਜ਼ਿੰਦਗੀ ਨਹੀਂ ਮਿਲ ਸਕਦੀ, ਆਖਿਰ ਸਾਨੂੰ ਇੱਕ ਦਿਨ ਮਰਨਾ ਪਵੇਗਾ। ਹੁਣ ਤੀਜੀ ਗੱਲ, ਇਹਦਾ ਮਤਲਬ ਇਹ ਨਹੀਂ ਕਿ ਮੌਤ ਦਾ ਡਰਾਵਾ ਦਿੱਤਾ ਜਾ ਰਿਹਾ ਹੈ, ਜਾਂ ਸਾਡੇ ਅੰਦਰ ਨੈਗੇਟਿਵਿਟੀ ਪੈਦਾ ਕੀਤੀ ਜਾ ਰਹੀ ਹੈ। ਗੱਲ ਇਹ ਵੀ ਨਹੀਂ ਹੈ। ਗੱਲ ਇਹ ਹੈ ਕਿ ਜੋ ਅਸੀਂ ਪਿਛਲੇ ਸਲੋਕਾਂ ਦੇ ਵਿੱਚ ਪੜ੍ਹ ਆਏ ਹਾਂ ਕਿ ਪਾਂਚੋਂ ਲੜਕਾ ਜਾਰ ਕਹਿ ਰਹੇ ਰਾਮ ਲਿਵ ਲਾਗ, ਜਾਂ ਕੋਹੇ ਲੜਕਾ ਵੇਚੇ ਲੜਕੀ ਵੇਚੇ ਕੋਏ, ਜਾਂ ਦੀਨ ਗਵਾਇਆ ਦੁਨੀ ਨਾ 40 ਸਾਲ। ਯਾਨੀ ਜਦੋਂ ਮਰ ਹੀ ਜਾਣਾ ਹੈ ਤਾਂ ਫਿਰ ਚੰਦ ਦਿਨ ਦੇ ਜੀਵਨ ਵਾਸਤੇ ਈਰਖਾ, ਦਵੈਸ਼, ਵੈਰ, ਵਿਰੋਧ, ਪਾਪਾਂ ਔਰ ਅਪਰਾਧਾਂ ਵਾਲੀ ਜ਼ਿੰਦਗੀ ਬਤੀਤ ਨਹੀਂ ਕਰਨੀ ਚਾਹੀਦੀ। ਦੁਨੀ ਵਾਸਤੇ ਦੀਨ ਨੂੰ ਨਹੀਂ ਗਵਾਉਣਾ ਚਾਹੀਦਾ, ਕਿਉਂਕਿ ਜਦੋਂ ਮਰ ਹੀ ਜਾਣਾ ਤਾਂ ਫਿਰ ਚੰਗੀ ਜ਼ਿੰਦਗੀ ਜੀਓ, ਪਿਆਰ ਵਾਲੀ ਜ਼ਿੰਦਗੀ ਜੀਓ, ਇਨਸਾਨੀਅਤ ਵਾਲੀ ਜ਼ਿੰਦਗੀ ਜੀਓ। ਇਹ ਪ੍ਰੇਰਨਾ ਸਾਨੂੰ ਇਸ ਪਾਵਨ ਸਲੋਕ ਵਿੱਚੋਂ ਮਿਲਦੀ ਹੈ।
ਕਬੀਰ ਨੌਬਤ ਆਪਣੀ, ਇਹਨੂੰ ਆਪਣੀ ਨਹੀਂ ਪੜਨਾ, ਆਪਣੀ ਐੜੇ ਦੇ ਨਾਲ ਕੰਨਾ ਲੱਗਾ ਹੋਇਆ, ਇਹਦਾ ਖਿਆਲ ਰੱਖਣਾ ਹੈ। ਕਬੀਰ ਨੌਬਤ ਆਪਣੀ, ਦਿਨ ਦਸ ਲੇਹੂ ਬਜਾਏ, ਨਦੀ ਨਾਵ ਸੰਜੋਗ ਜਿਉ, ਬਹੁਰ ਨਾ ਮਿਲ ਹੈ ਆਏ। ਨੌਬਤ ਦਾ ਹੁੰਦਾ ਹੈ ਨਗਾਰਾ, ਢੋਲ। ਨੌਬਤ ਵਜਾ ਲਓ ਦਾ ਮਤਲਬ ਮਨ ਮਰਜ਼ੀਆਂ ਕਰ ਲਓ। ਜਿਵੇਂ ਨਗਾਰਾ ਵਜਾਣਾ ਆਪਣੀਆਂ ਸਿਫਤਾਂ ਦਾ, ਜਾਂ ਕਈ ਲੋਕ ਐਸੇ ਨੇ ਨਾ, ਜਿਵੇਂ ਅਸੀਂ ਜਪਜੀ ਸਾਹਿਬ ਜੀ ਦੇ ਵਿੱਚ ਪੜਿਆ ਹੈ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਟ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਕਿੰਨੀਆਂ ਬੰਦਾ ਮੌਜਾਂ ਮਾਣਦਾ ਹੈ। ਜੇ ਅੰਦਰ ਤਾਕਤ ਹੈ ਤਾਂ ਉਸ ਤਾਕਤ ਦੀ ਗਲਤ ਵਰਤੋਂ ਕਰਕੇ ਲੋਕਾਂ ਨੂੰ ਨੀਵਿਆਂ ਵਿਖਾਉਂਦਾ ਹੈ, ਤਾਕਤ ਦੀ ਗਲਤ ਵਰਤੋਂ ਕਰਕੇ ਦੂਜਿਆਂ ਦੇ ਹੱਕ ਖੂੰਦਾ ਹੈ, ਪਾਪ ਕਰਮ ਕਮਾਉਂਦਾ ਹੈ, ਹੰਕਾਰ ਦੇ ਵਿੱਚ ਫੁੱਲਿਆ ਫਿਰਦਾ ਹੈ, ਇਨਸਾਨੀਅਤ ਨੂੰ ਛੱਡ ਬੈਂਦਾ ਹੈ ਤੇ ਉਹ ਇਹ ਸਮਝਦਾ ਕਿ ਮੇਰੇ ਤੋਂ ਇਲਾਵਾ ਕੋਈ ਹੈ ਹੀ ਨਹੀਂ। ਅਸੀਂ ਕਈ ਸਾਰੇ ਨਾਮ ਵੇਖ ਸਕਦੇ ਹਾਂ, ਔਰੰਗਜ਼ੇਬ ਹੈ, ਹਿਟਲਰ ਹੈ, ਹੋਰ ਲੋਕ ਐਸੇ ਨੇ। ਜਾਂ ਅਸੀਂ 84 ਦੇ ਵਿੱਚ ਵੇਖਦੇ ਹਾਂ ਕਿੰਨਾ ਕੁਛ ਗਲਤ ਹੋਇਆ, ਜਾਂ ਅੱਜ ਵੀ ਜੋ ਕਿੰਨਾ ਕੁਛ ਗਲਤ ਹੁੰਦਾ ਹੈ, ਤਾਂ ਇਹ ਆਮ ਸਮੇਂ ਦੇ ਅੰਦਰ ਹੁੰਦਾ ਰਹਿੰਦਾ ਹੈ, ਆਮ ਬੰਦਾ ਕਰਦਾ ਰਹਿੰਦਾ ਹੈ। ਜ਼ਰੂਰੀ ਨਹੀਂ ਹੈ ਕਿ ਕੋਈ ਬਹੁਤ ਹਜ਼ਾਰਾਂ ਲੱਖਾਂ ਕਤਲ ਹੀ ਕਰੇ, ਇੱਕ ਕਤਲ ਕਰਨਾ ਵੀ ਤੇ ਉਨਾ ਹੀ ਖਤਰਨਾਕ ਹੈ ਨਾ। ਔਰ ਜ਼ਰੂਰੀ ਨਹੀਂ ਕਿ ਕਤਲ ਹੀ ਕਰੇ, ਕਿ ਸਰੀਰਕ ਤੌਰ ਤੇ ਹੀ ਕਿਸੇ ਨੂੰ ਮਾਰੇ। ਕਿਸੇ ਦੀਆਂ ਸ਼ੁਭ ਭਾਵਨਾਵਾਂ ਨੂੰ ਕੁਚਲ ਦੇਣਾ, ਕਿਸੇ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ, ਕਿਸੇ ਦੇ ਹੱਕ ਖਾਣੇ, ਇਹ ਸਾਰਾ ਕੁਛ ਗਲਤ ਹੀ ਹੈ ਨਾ। ਇਸੇ ਨੂੰ ਕਹਿੰਦੇ ਨੇ ਨੌਬਤ ਆਪਣੀ, ਵੀ ਆਪਣੀ ਜਿਹੜੀ ਢੋਲ ਇਹਨਾਂ 4 ਦਿਨ ਵਜਾ ਲਓ, ਮਨ ਮਰਜ਼ੀਆਂ ਮੌਜਾਂ ਜਿਹੜੀਆਂ ਨੇ ਕਰ ਲਓ, ਪਰ ਇੱਥੇ ਸਦਾ ਥਿਰ ਨਹੀਂ ਰਹਿਣਾ। ਜੇ ਤੂੰ ਨਹੀਂ ਜਾਣਦਾ, ਜੇ ਤੂੰ ਇਹ ਨਹੀਂ ਸੁਣਦਾ, ਤਾਂ ਤੇਰੀ ਮਰਜ਼ੀ। ਤੇ ਜੇ ਦੀਨ ਗਵਾਇਆ ਦੁਨੀ ਸਿਓ, ਤੇ ਜੇ ਸੱਚ ਦੀ ਗੱਲ ਨਹੀਂ ਸੁਣਦੇ, ਸੱਚ ਅਨੁਸਾਰ ਜ਼ਿੰਦਗੀ ਨਹੀਂ ਜੀਂਦੇ, ਆਨੰਦਮਈ ਜੀਵਨ ਨਹੀਂ ਜੀਂਦੇ, ਰੱਬੀ ਰਜਾ ਵਿੱਚ ਨਹੀਂ ਤੁਰਦੇ, ਤਾਂ ਕਬੀਰ ਜੀ ਕਹਿੰਦੇ ਨੇ ਵੀ ਆਪਣਾ ਢੋਲ ਪਿੱਟ ਕੇ ਵੇਖ ਲਓ। ਫਿਰ ਸਾਨੂੰ ਸੁਚੇਤ ਕਰ ਰਹੇ ਨੇ, ਨਦੀ ਨਾਵ ਸੰਜੋਗ ਜਿਉ, ਬਹੁਰ ਨਾ ਮਿਲ ਹੈ ਆਏ। ਨਾਵ ਦਾ ਮਤਲਬ ਬੇੜੀ, ਸੰਜੋਗ ਦਾ ਮਤਲਬ ਮਿਲਾਪ, ਨਦੀ ਦਾ ਮਤਲਬ ਨਦੀ, ਤੇ ਜਿਉਂ ਦਾ ਮਤਲਬ ਜਿਵੇਂ, ਬਹੁਰ ਦਾ ਮਤਲਬ ਮੁੜ ਕੇ, ਨਾ ਮਿਲ ਹੈ ਦਾ ਮਤਲਬ ਨਹੀਂ ਮਿਲੇਗਾ। ਜਿਵੇਂ ਨਦੀ ਦੇ ਵਿੱਚ ਕਿਸ਼ਤੀ ਰਾਹੀਂ ਨਦੀ ਪਾਰ ਕਰਨੀ ਹੋਵੇ ਨਾ, ਤੇ ਕਿਸ਼ਤੀ ਦੇ ਅੰਦਰ ਲੋਕ ਬਹਿ ਜਾਂਦੇ ਨੇ, ਕਿਸੇ ਨੇ ਕਿਸੇ ਪਾਸੇ ਜਾਣਾ ਹੈ, ਕਿਸੇ ਨੇ ਕਿਸੇ ਪਾਸੇ। ਕਿਸ਼ਤੀ ਰਾਹੀਂ ਪਾਰ ਹੋਏ ਲੋਕ ਆਪੋ ਆਪਣੇ ਰਾਹਾਂ ਨੂੰ ਪੈ ਜਾਂਦੇ ਨੇ। ਉਸ ਤੋਂ ਬਾਅਦ ਉਹਨਾਂ ਦਾ ਮਿਲਾਪ ਨਹੀਂ ਹੁੰਦਾ, ਕਰੀਬ ਨਹੀਂ ਹੁੰਦਾ। ਕਦੇ ਹੈ ਕੋਈ ਸੰਜੋਗ ਦੇ ਨਾਲ ਮਿਲ ਜਾਏ, ਨਹੀਂ ਤਾਂ ਨਹੀਂ ਹੁੰਦਾ। ਅਸੀਂ ਹੁਣ ਹਵਾਈ ਸਫ਼ਰ ਕਰਦੇ ਹਾਂ ਤਾਂ ਦੇਖੋ ਕਿੰਨੇ ਦੇਸ਼ਾਂ ਦੇ ਲੋਕ ਹੁੰਦੇ ਨੇ, ਇੱਕ ਫਲਾਈਟ ਵਿੱਚ ਅਸੀਂ ਹੁੰਦੇ ਹਾਂ, ਤੇ ਉਹ ਬਾਅਦ ਦੇ ਵਿੱਚ ਸਾਨੂੰ ਲੋਕ ਮਿਲਦੇ ਥੋੜਾ ਨੇ, ਜ਼ਰੂਰੀ ਨਹੀਂ ਕਿ ਮਿਲਣ। ਤਾਂ ਕਬੀਰ ਜੀ ਕਹਿੰਦੇ ਨੇ ਜਿਵੇਂ ਨਦੀ ਦਾ ਔਰ ਕਿਸ਼ਤੀ ਦਾ ਸੰਜੋਗ ਹੈ ਨਾ, ਐਵੇਂ ਉਹ ਮੁੜ ਕੇ ਮਿਲਦਾ ਨਹੀਂ। ਪਹਿਲੀ ਗੱਲ ਜੋ ਆਮ ਅਰਥ ਕੀਤੇ ਗਏ ਨੇ। ਦੂਜੀ ਗੱਲ ਨਾਲ ਦੇ ਨਾਲ ਇਹ ਸਮਝਣ ਵਾਲੀ ਹੈ ਕਿ ਜਿਸ ਪਾਣੀ ਦੇ ਵਿੱਚੋਂ, ਨਦੀ ਦੇ ਵਿੱਚੋਂ ਕਿਸ਼ਤੀ ਲੰਘ ਰਹੀ ਹੈ ਨਾ, ਉਸ ਪਾਣੀ ਦੇ ਨਾਲ ਕਿਸ਼ਤੀ ਦਾ ਦੁਬਾਰਾ ਮਿਲਾਪ ਨਹੀਂ ਹੋਣਾ। ਬੇਸ਼ੱਕ ਉਹ ਨਦੀ ਦੇ ਵਿੱਚ ਹੀ ਰਵੇ, ਕਿਸ਼ਤੀ ਨਦੀ ਵਿੱਚ ਹੀ ਰਹਿੰਦੀ ਹੈ, ਪਰ ਜਿਹੜੇ ਪਾਣੀ ਚੋਂ ਇੱਕ ਵਾਰੀ ਪਾਰ ਨਦੀ ਚੋਂ ਹੋ ਗਈ, ਦੁਬਾਰਾ ਉਸ ਨਦੀ ਚੋਂ ਪਾਰ ਨਹੀਂ ਜਾਏਗੀ। ਕਿਵੇਂ? ਕਿਉਂਕਿ ਨਦੀ ਦੇ ਅੰਦਰ ਪਾਣੀ ਆ ਰਿਹਾ ਨਾ। ਜਿਹੜੇ ਪਾਣੀ ਦੇ ਵਿੱਚੋਂ ਨਾਵ ਇੱਕ ਵਾਰੀ ਲੰਘ ਗਈ ਹੈ, ਉਹ ਪਾਣੀ ਅੱਗੇ ਚਲਾ ਗਿਆ, ਉਸ ਪਾਣੀ ਨੇ ਵਾਪਸ ਆਉਣਾ ਹੀ ਨਹੀਂ। ਨਵੇਂ ਪਾਣੀ ਵਿੱਚੋਂ ਲੰਘੇ, ਨਵੇਂ ਪਾਣੀ ਚੋਂ ਲੰਘੇਗੀ, ਦੁਬਾਰਾ ਉਸ ਕਿਸ਼ਤੀ ਦਾ ਮਿਲਾਪ ਉਸ ਪਾਣੀ ਦੇ ਨਾਲ ਨਹੀਂ ਹੋਣਾ, ਇੰਪੋਸੀਬਲ। ਹੁਣ ਇਹ ਚੀਜ਼ ਸਾਨੂੰ ਸਮਝਣ ਵਾਲੀ ਹੈ, ਨੋਟ ਕਰਨ ਵਾਲੀ ਹੈ ਕਿ ਜਿਹੜਾ ਸਮਾਂ ਸਾਡਾ ਲੰਘ ਰਿਹਾ ਨਾ, ਇੱਕ ਪਲ, ਇਸ ਪਲ ਨੇ ਕਦੇ ਵਾਪਸ ਨਹੀਂ ਆਉਣਾ। ਜਿਹੜਾ ਪਲ ਹੁਣ ਬੀਤ ਗਿਆ ਨਾ, ਜਿੰਨਾ ਮਰਜ਼ੀ ਕੀਮਤ ਖਰਚ ਲਓ, ਇਹ ਪਲ ਨੇ ਵਾਪਸ ਆਉਣਾ ਨਹੀਂ। ਜੋ ਜ਼ਿੰਦਗੀ ਦਾ ਸਾਡਾ ਸਮਾਂ ਬੀਤ ਗਿਆ, ਜੇ ਅਸੀਂ ਵਾਪਸ ਜਾਣਾ ਚਾਹੀਏ ਤਾਂ ਨਹੀਂ ਜਾ ਪਾਵਾਂਗੇ। ਅਸੀਂ ਕਹੀਏ ਕਿ ਸਾਡਾ ਬਚਪਨ ਮਿਲ ਜਾਏ, ਅਸੀਂ ਕਈ ਵਾਰ ਗੱਲਾਂ ਕਰਦੇ ਕਹਿੰਦੇ ਕਾਸ਼ ਕਿ ਉਹ ਬਚਪਨ ਵਾਪਸ ਆ ਜਾਏ, ਪਰ ਉਹ ਕਾਸ਼ ਨੇ ਕਾਸ਼ ਹੀ ਰਹਿਣਾ, ਬਚਪਨ ਨੇ ਵਾਪਸ ਆਉਣਾ ਨਹੀਂ, ਜਵਾਨੀ ਨੇ ਵਾਪਸ ਆਉਣਾ ਨਹੀਂ। ਤਾਂ ਜਿਹੜਾ ਸਮਾਂ ਬੀਤ ਰਿਹਾ ਹੈ, ਇਹਨੇ ਵਾਪਸ ਨਹੀਂ ਆਉਣਾ। ਇਸ ਲਈ ਹਰ ਪਲ ਨੂੰ ਖੁਸ਼ੀ ਦੇ ਨਾਲ ਬਿਤਾਓ,
ਹਰ ਪਲ ਨੂੰ ਗੁਣਾਂ ਦੇ ਨਾਲ ਬਿਤਾਓ, ਰੱਬੀ ਰਜ਼ਾ ਦੇ ਵਿੱਚ ਬਿਤਾਓ, ਇਨਸਾਨੀਅਤ ਵਾਲੀ ਜ਼ਿੰਦਗੀ ਜੀਵੋ ਹਰ ਪਲ। ਜੇ ਤੁਸੀਂ ਇਸ ਪਲ ਨੂੰ ਖੁਸ਼ੀ ਤੋਂ ਬਿਨਾਂ ਬਿਤਾ ਦਿੱਤਾ ਤੇ ਅਗਲਾ ਪਲ ਆ ਜਾਣਾ, ਇਸ ਪਲ ਦੀ ਜਿਹੜੀ ਖੁਸ਼ੀ ਹੈ ਉਹ ਤੁਹਾਨੂੰ ਦੁਬਾਰਾ ਮਿਲਣੀ ਨਹੀਂ। ਇਸ ਲਈ ਹਰ ਪਲ ਖੁਸ਼ੀ ਦੇ ਨਾਲ ਗੁਜ਼ਾਰੋ। ਹਰ ਪਲ ਦੇ ਅੰਦਰ ਪ੍ਰਭੂ ਦੀ ਯਾਦ, ਰੱਬੀ ਗੁਣਾਂ ਦੀ ਯਾਦ, ਇਨਸਾਨੀਅਤ ਯਾਦ ਰਹੇ। ਇੱਕ ਪਲ ਵਾਸਤੇ ਵੀ ਆਪਣੀ ਜ਼ਿੰਦਗੀ ਵਿੱਚੋਂ ਦੀਨ ਤੋਂ ਦੂਰ ਨਾ ਹੋਵੋ, ਫਰਜ਼ਾਂ ਤੋਂ ਦੂਰ ਨਾ ਹੋਵੋ। ਕਿਉਂ ਐਵੇਂ ਚੰਦ ਦਿਨ ਦੇ ਜ਼ਿੰਦਗੀ ਵਾਸਤੇ ਆਪਣੀ ਨੌਬਤ ਵਜਾਣੀ। ਤਾਂ ਕਬੀਰ ਜੀ ਕਹਿੰਦੇ ਨੇ, ਭਾਈ ਜੇ ਤੁਸੀਂ ਨਹੀਂ ਸੱਚ ਨੂੰ ਮੰਨਦੇ ਤਾਂ ਨਾ ਮੰਨੋ, ਲੇਕਿਨ ਇਹ ਸਮਾਂ ਵਾਪਸ ਨਹੀਂ ਆਉਣਾ ਜਿਹੜਾ ਤੁਸੀਂ ਗਵਾ ਰਹੇ ਹੋ। ਔਰ ਇਸ ਸਮਾਂ ਜੇ ਗਵਾਚ ਗਿਆ ਵਿਕਾਰਾਂ ਵਿੱਚ, ਨਸ਼ਿਆਂ ਵਿੱਚ, ਈਰਖਾ ਵਿੱਚ, ਵੈਰ ਵਿਰੋਧ ਵਿੱਚ, ਇਹਨੇ ਦੁਬਾਰਾ ਨਹੀਂ ਆਉਣਾ। ਇਸ ਲਈ ਆਪਣੇ ਸਮੇਂ ਨੂੰ ਗਵਾਓ ਨਾ, ਵਿਅਰਥ ਨਾ ਗਵਾਓ। ਕੁਛ ਕਰੋ, ਚੰਗਾ ਕਰੋ, ਪੋਜ਼ਿਟਿਵ ਸੋਚੋ, ਵਿਕਾਸ ਕਰੋ, ਕੱਲ ਨਾਲੋਂ ਅੱਜ ਚੰਗਾ ਕਰੋ। ਲੋਕਾਂ ਦੇ ਨਾਲ ਮੁਕਾਬਲਾ ਕਰਨਾ ਛੱਡ ਦਿਓ। ਤੁਹਾਡਾ ਮੁਕਾਬਲਾ ਤੁਹਾਡੇ ਆਪਣੇ ਨਾਲ ਹੈ। ਜੇ ਤੁਸੀਂ ਕੱਲ ਨਾਲੋਂ ਅੱਜ ਕੁਛ ਚੰਗਾ ਕੀਤਾ ਹੈ ਤੇ ਤੁਸੀਂ ਜਿੱਤਿਆ ਹੈ ਸਮਾਂ। ਤੁਸੀਂ ਕੱਲ ਨਾਲੋਂ ਅੱਜ ਕੁਛ ਚੰਗਾ ਕਰੋ, ਆਪਣੇ ਰਿਕਾਰਡ ਤੋੜਦੇ ਜਾਓ, ਤੁਸੀਂ ਵਿਸ਼ਵ ਰਿਕਾਰਡ ਆਪੇ ਹੀ ਟੁੱਟ ਜਾਏਗਾ। ਕਬੀਰ ਸਾਤ ਸਮੁੰਦ ਹੈ ਮਸ ਕਰੋ, ਕਲਮ ਕਰੋ ਬਨ ਰਾਏ, ਬਸੁਧਾ ਕਾਗਜ਼ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਕਬੀਰ ਸ਼ਬਦ ਤੇ ਥੋੜਾ ਜਿਹਾ ਰੁਕਾਂਗੇ। ਸਾਤ ਸਮੁੰਦ ਹੈ ਮਸ ਕਰੋ, ਇਹਨੂੰ ਕਰੋ ਨਹੀਂ ਪੜਨਾ, ਕਰੋ। ਫਸਟ ਪਰਸਨ ਦੀ ਗੱਲ ਹੈ ਕਿ ਮੈਂ ਕਰਾਂ, ਮੈਂ ਬਣਾ ਲਵਾਂ। ਕਲਮ ਕਰੋ, ਕਰੋ ਨਹੀਂ ਕਰੋ। ਜੇ ਕਰੋ ਪੜਾਂਗੇ ਤਾਂ ਇਹਦਾ ਮਤਲਬ ਵੀ ਤੁਸੀਂ ਬਣਾਓ। ਕਰੋ ਫਸਟ ਪਰਸਨ ਦੀ ਗੱਲ ਹੈ ਕਿ ਮੈਂ ਬਣਾਵਾਂ। ਸਾਤ ਦਾ ਮਤਲਬ ਸੱਤ, ਸਮੁੰਦਰ ਦਾ ਮਤਲਬ ਸਮੁੰਦਰਾਂ ਨੂੰ, ਮਸ ਦਾ ਮਤਲਬ ਸਿਆਹੀ, ਕਰੋ ਦਾ ਮਤਲਬ ਕਰ ਲਵਾਂ, ਬਣਾ ਲਵਾਂ। ਕਲਮ ਦਾ ਮਤਲਬ ਕਲਮ, ਕਰੋ ਦਾ ਮਤਲਬ ਬਣਾਵਾਂ। ਬਨਰਾਏ ਦਾ ਮਤਲਬ ਵਨਸਪਤੀ, ਵੈਜੀਟੇਸ਼ਨ ਜਿੰਨੀ ਵੀ ਆ, ਰੁੱਖ ਦਰਖਤ ਆਦਿਕ ਨੇ। ਕਬੀਰ ਜੀ ਕਹਿੰਦੇ ਨੇ ਕਿ ਜੇ ਮੈਂ ਸੱਤਾਂ ਸਮੁੰਦਰਾਂ ਦੀ ਸਿਆਹੀ ਬਣਾ ਲਵਾਂ, ਸਪੋਜ਼ ਸ਼ਬਦ ਲਾ ਕੇ ਸਮਝਣਾ, ਜੇ ਸਪੋਜ਼ ਕਿ ਮੈਂ ਸੱਤਾਂ ਸਮੁੰਦਰਾਂ ਦੇ ਪਾਣੀ ਨੂੰ ਸਿਆਹੀ ਬਣਾ ਲਵਾਂ, ਸਾਰੇ ਰੁੱਖ ਦਰਖਤ ਇਹਨਾਂ ਦੀਆਂ ਕਲਮਾਂ ਬਣਾ ਲਵਾਂ ਤੇ ਸਾਰੀ ਧਰਤੀ ਨੂੰ ਕਾਗਜ਼ ਬਣਾ ਲਵਾਂ। ਬਸਦਾ ਕਾਗਜ਼ ਜੋ ਕਰੋ, ਬਸਦਾ ਇਹਨੂੰ ਬਸਦਾ ਨਹੀਂ ਪੜਨਾ ਔਰ ਬਸੁੱਧਾ ਵੀ ਨਹੀਂ ਪੜਨਾ। ਇਹਨੂੰ ਜਿਵੇਂ ਸੁਧਾ ਸ਼ਬਦ ਪੜੀ ਨਾ, ਸੁਧਾ, ਐਵੇਂ ਪੋਲਾ ਜਿਹਾ ਬੋਲਣਾ ਹੈ, ਬਸੁਧਾ, ਸੱਸੇ ਥੱਲੇ ਔਂਕੜ, ਬਸੁਧਾ। ਬਸੁਧਾ ਦਾ ਮਤਲਬ ਧਰਤੀ, ਕਾਗਜ਼ ਦਾ ਮਤਲਬ ਹੈ ਕਾਗਜ਼। ਜੋ ਕਾਗਜ਼ ਹੈ ਨਾ, ਜਿਹੜਾ ਆਖਰੀ ਅੱਖਰ ਜ਼ੱਜ਼ਾ ਹੈ, ਕਈ ਵਾਰੀ ਦੱਦੇ ਵਾਂਗ ਉਚਾਰਿਆ ਜਾਂਦਾ, ਜਿਵੇਂ ਕਾਜੀ ਨੂੰ ਬਾਣੀ ਵਿੱਚ ਕਾਦੀ ਆਖਿਆ, ਜਿਵੇਂ ਹਜ਼ੂਰ ਸ਼ਬਦ ਹੈ ਇਹਨੂੰ ਹਦੂਰ ਕਿਹਾ ਹੈ, ਜਿਵੇਂ ਹਾਜ਼ਰ ਨੂੰ ਹਾਦਰ ਕਿਹਾ ਹੈ। ਕਾਗਜ਼ ਦਾ ਮਤਲਬ ਕਾਗਜ਼। ਕਬੀਰ ਜੀ ਕਹਿੰਦੇ ਨੇ ਜੇ ਮੈਂ ਸਾਰੀ ਧਰਤੀ ਨੂੰ ਕਾਗਜ਼ ਬਣਾ ਲਵਾਂ ਤਾਂ ਰੱਬੀ ਜਸ ਜਿਹੜਾ ਹੈ, ਰੱਬੀ ਜਸ, ਉਹ ਲਿਖਿਆ ਨਹੀਂ ਜਾ ਸਕਦਾ, ਭਾਵ ਅੰਤ ਨਹੀਂ ਪਾਇਆ ਜਾ ਸਕਦਾ। ਕਿ ਜੇ ਮੈਂ ਸੱਤਾਂ ਸਮੁੰਦਰਾਂ ਦੀ ਸਿਆਹੀ ਬਣਾ ਲਵਾਂ, ਸਾਰੀ ਵਨਸਪਤੀ ਨੂੰ ਮੈਂ ਕਲਮਾਂ ਬਣਾ ਲਵਾਂ, ਸਾਰੀ ਧਰਤੀ ਦੀ ਮੈਂ ਕਾਗਜ਼ ਬਣਾ ਲਵਾਂ, ਤਾਂ ਵੀ ਰੱਬੀ ਗੁਣ ਦਾ ਸੰਸਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇੰਨਾ ਸਾਰਾ ਕੁਝ ਹੋਵੇ ਤਾਂ ਸਾਰੇ ਸ਼ਲੋਕ ਦਾ ਜੋ ਅੰਤਰੀਵ ਭਾਵ ਹੈ ਉਹ ਹੈ ਕਿ ਕਦੇ ਵੀ ਰੱਬ ਦਾ, ਰੱਬੀ ਕੁਦਰਤ ਦਾ, ਗੁਣਾਂ ਦਾ, ਇਸ ਸੰਸਾਰ ਦਾ, ਇਹ ਯੂਨੀਵਰਸ ਦਾ ਕਦੇ ਵੀ ਅੰਤ ਨਹੀਂ ਪਾਇਆ ਜਾ ਸਕਦਾ। ਇਹ ਐਂਡਲੈਸ ਹੈ। ਤਾਂ ਇੱਥੋਂ ਸਾਨੂੰ ਕੀ ਚੀਜ਼ ਮਿਲਦੀ ਹੈ ਜ਼ਿੰਦਗੀ ਜੀਣ ਲਈ? ਕਿ ਸਾਡੇ ਜੀਵਨ ਦੇ ਅੰਦਰ ਵਿਕਾਸ ਦੀਆਂ ਅਨੰਤ ਸੰਭਾਵਨਾਵਾਂ ਨੇ। ਇਹਦਾ ਮਤਲਬ ਇਹ ਨਹੀਂ ਕਿ ਸਾਇੰਸ ਦੀਆਂ ਜਾਂ ਹੋਰ ਜਿਹੜੀਆਂ ਜੀਵਨ ਜੀਣ ਦੀਆਂ ਚੰਗੀਆਂ ਖੋਜਾਂ ਨੇ ਉਹ ਮੁੱਕ ਗਈਆਂ ਨੇ, ਨਾ, ਅੰਤ ਹੈ ਹੀ ਨਹੀਂ ਹੈ, ਅਨੰਤ ਹੈ। ਤਾਂ ਇੱਥੋਂ ਸਾਨੂੰ ਕੀ ਮਿਲ ਰਿਹਾ ਹੈ ਕਿ ਬਿਨਾਂ ਸ਼ੱਕ ਤੋਂ ਅਸੀਂ ਚੰਗੀ ਜ਼ਿੰਦਗੀ ਜੀ ਰਹੇ ਹਾਂ। ਸਪੋਜ਼ ਕਿ ਅੱਜ ਮੇਰੀ ਸ਼ਬਦਾਵਲੀ, ਮੇਰੀ ਵਰਡਿੰਗ, ਬੋਲਚਾਲ ਬਹੁਤ ਚੰਗੀ ਰਹੀ, ਪਰ ਇਹ ਚੰਗੀ ਵਰਡਿੰਗ ਦਾ, ਚੰਗੀ ਬੋਲਚਾਲ ਦਾ ਐਂਡ ਨਹੀਂ ਹੈ, ਅੰਤ ਨਹੀਂ ਹੈ। ਕੱਲ ਨੂੰ ਮੈਂ ਆਪਣੀ ਸ਼ਬਦਾਵਲੀ ਵਿੱਚ ਹੋਰ ਕੁਝ ਨਵੇਂ ਸ਼ਬਦ ਜੋੜ ਸਕਦਾ ਹਾਂ। ਇਹ ਸ਼ਬਦਾਵਲੀ ਨੂੰ ਮੈਂ ਆਪਣੀ ਨੂੰ ਹੋਰ ਮਿੱਠੀ ਬਣਾ ਸਕਦਾ।
ਇਹਦਾ ਅੰਤ ਨਹੀਂ ਹੈ। ਤਾਂ ਜੇ ਅਸੀਂ ਇਸ ਪਾਸੇ ਸੋਚਾਂਗੇ, ਆਪਣੀ ਬੋਲ ਬਾਣੀ ਨੂੰ ਹੀ ਸੁਧਾਰੀਏ ਕਿ ਅਸੀਂ ਆਪਣੀ ਬੋਲ ਬਾਣੀ ਵਿੱਚ ਨਿਮਰਤਾ ਪੈਦਾ ਕਰਨੀ ਹੈ, ਮਿਠਾਸ ਔਰ ਪਿਆਰ ਪੈਦਾ ਕਰਨਾ ਹੈ, ਤਾਂ ਇਹਦਾ ਐਂਡ ਨਹੀਂ ਹੈ। ਫਿਰ ਸਾਨੂੰ ਕੁਛ ਵਿਕਾਸ ਕਰਨ ਵਾਲੇ ਪਾਸੇ ਅਸੀਂ ਤੁਰਾਂਗੇ। ਅੱਜ ਮੈਂ ਮੰਨ ਲਓ ਸਾਰੇ ਦੁਨੀਆ ਨੂੰ ਚੰਗੀ ਤਰ੍ਹਾਂ ਵੇਖਿਆ, ਪਿਆਰ ਨਾਲ ਵੇਖਿਆ, ਹਰ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਿਆ, ਪਿਆਰ ਦੇ ਨਾਲ ਹਰ ਵੀਰ ਦੇ ਨਾਲ ਮੈਂ ਵਰਤਾਵ ਕੀਤਾ, ਤਾਂ ਇਹ ਪ੍ਰੇਮ ਦਾ ਐਂਡ ਨਹੀਂ ਹੈ। ਇਸ ਪ੍ਰੇਮ ਨੂੰ ਹੋਰ ਵਧਾਇਆ ਜਾ ਸਕਦਾ ਹੈ, ਸੱਚਾਈ ਨੂੰ ਹੋਰ ਵਧਾਇਆ ਜਾ ਸਕਦਾ ਹੈ, ਦਇਆ ਨੂੰ ਹੋਰ ਵਧਾਇਆ ਜਾ ਸਕਦਾ ਹੈ। ਦੇਖੋ, ਆਮ ਜੋ ਘਰੇਲੂ ਜ਼ਿੰਦਗੀ ਹੈ, ਮੰਨ ਲਓ ਅੱਜ ਤੁਸੀਂ ਸਬਜ਼ੀ ਭਾਜੀ ਬਣਾਈ ਤੇ ਬਹੁਤ ਸਵਾਦ ਬਣਾਈ, ਪਰ ਇਹ ਟੇਸਟ ਦਾ ਐਂਡ ਨਹੀਂ ਹੈ, ਇਹਨੂੰ ਹੋਰ ਸਵਾਦ ਬਣਾ ਸਕਦੇ ਹੋ। ਰੋਟੀਆਂ ਅੱਜ ਤੁਹਾਡੀਆਂ ਥੋੜੀਆਂ ਟੇਢੀਆਂ ਮੇਢੀਆਂ ਸੀ, ਇਹਨਾਂ ਨੂੰ ਗੋਲ ਕਰ ਸਕਦੇ ਹੋ। ਕਹਿਣ ਤੋਂ ਭਾਵ ਕਿ ਹਰ ਕੰਮ ਦੇ ਵਿੱਚ ਵਿਕਾਸ ਹੋ ਸਕਦਾ ਹੈ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ। ਇਸ ਸੰਸਾਰ ਦਾ ਅੰਤ ਨਹੀਂ ਹੈ। ਚਾਹੇ ਤੁਸੀਂ ਸਾਇੰਸ ਦੀਆਂ ਖੋਜਾਂ ਕਰੋ, ਧਰਮ ਦੀ ਦੁਨੀਆ ਵਿੱਚ ਚੰਗਾ ਕੁਝ ਸੋਚੋ, ਸਮਾਜਿਕ ਜ਼ਿੰਦਗੀ ਨੂੰ ਚੰਗਾ ਬਣਾਓ, ਪਰਸਨਲੀ ਤੌਰ ਤੇ ਆਪਣੇ ਜੀਵਨ ਦੇ ਅੰਦਰ ਵਿਕਾਸ ਕਰੋ। ਕਿਸੇ ਵੀ ਚੀਜ਼ ਦਾ ਐਂਡ ਔਰ ਅੰਤ ਨਹੀਂ ਹੈ। ਸਾਨੂੰ ਇੱਥੋਂ ਜੀਣ ਵਾਸਤੇ ਇਹ ਚੀਜ਼ ਮਿਲੇਗੀ ਕਿ ਮੈਂ 7 ਸਮੁੰਦਰਾਂ ਦੀ ਸਿਆਹੀ ਬਣਾ ਲਵਾਂ, ਵਨਸਪਤੀ ਦੀਆਂ ਕਲਮਾਂ ਬਣਾ ਲਵਾਂ, ਸਾਰੀ ਧਰਤੀ ਦਾ ਕਾਗਜ਼ ਬਣਾ ਲਵਾਂ, ਤਾਂ ਵੀ ਰੱਬੀ ਗੁਣਾਂ ਦਾ ਅੰਤ ਨਹੀਂ ਪੈਂਦਾ, ਅੰਤ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਸਾਡੀ ਜ਼ਿੰਦਗੀ ਵਿੱਚ ਅਨੰਤ ਸੰਭਾਵਨਾ ਹੈ, ਪੋਸੀਬਿਲਿਟੀ ਹੈ, ਅਸੀਂ ਐਸਾ ਕਰ ਸਕਦੇ ਹਾਂ। ਕਬੀਰ ਜਾਤ ਜੁਲਾਹਾ ਕਿਆ ਕਰੈ, ਹਿਰਦੈ ਬਸੇ ਗੋਪਾਲ। ਕਬੀਰ ਰਮਈਆ ਕੰਠ ਮਿਲ, ਚੂਕਹਿ ਸਰਬ ਜੰਜਾਲ। ਇਸ ਪਾਵਨ ਸ਼ਲੋਕ ਰਾਹੀਂ ਜਾਤੀਵਾਦ ਦਾ ਇੱਕ ਖੰਡਨ ਕਰ ਰਹੇ ਨੇ, ਔਰ ਦੂਜੇ ਨੰਬਰ ਤੇ ਸਾਨੂੰ ਹੀਨ ਭਾਵਨਾ ਚੋਂ ਬਾਹਰ ਕੱਢ ਰਹੇ ਨੇ, ਨਿਰਾਸ਼ਾਵਾਦ ਚੋਂ ਆਸਾਵਾਦੀ ਬਣਾ ਰਹੇ ਨੇ। ਆਮ ਕਰਕੇ ਇਸ ਦੁਨੀਆ ਦੇ ਅੰਦਰ, ਖਾਸ ਕਰ ਜਦੋਂ ਭਗਤ ਕਬੀਰ ਜੀ ਦਾ ਸਮਾਂ ਸੀ, ਉਸ ਸਮੇਂ ਦੇ ਅੰਦਰ ਤਾਂ ਜਾਤੀਵਾਦ ਬਹੁਤ ਜ਼ੋਰਾਂ ਤੇ ਸੀ, ਸਿਖਰ ਤੇ ਸੀ। 4 ਵਰਨਾਂ ਵਿੱਚ ਮਨੁੱਖਤਾ ਵੰਡੀ ਸੀ, ਬ੍ਰਾਹਮਣ, ਸ਼ੂਦਰ, ਵੈਸ਼, ਛਤਰੀ ਆਦਿਕ। ਤੇ ਜਿਹੜੇ ਸ਼ੂਦਰ ਲੋਕ ਨੇ, ਜਿਨ੍ਹਾਂ ਨੂੰ ਅਖੌਤੀ ਨੀਵੀਆਂ ਜਾਤਾਂ ਦੇ ਕਿਹਾ ਜਾਂਦਾ ਸੀ, ਉਹਨਾਂ ਨੂੰ ਤਾਂ ਲੋਕ ਪੈਰ ਦੀ ਜੁੱਤੀ ਸਮਝਦੇ ਸੀ। ਉਹਨਾਂ ਨੂੰ ਪਿੰਡਾਂ ਵਿੱਚ ਵੜਨ ਦਾ ਆਰਡਰ ਨਹੀਂ ਸੀ। ਜੇ ਕੋਈ ਆਉਂਦਾ ਸੀ ਤਾਂ ਉਹਦੇ ਪਰਛਾਵੇਂ ਤੋਂ ਹੀ ਲੋਕ ਡਰ ਲੱਗਦਾ ਸੀ, ਉਹਨਾਂ ਨੂੰ ਪਰਛਾਵਾਂ ਵੀ ਨਾ ਪਵੇ। ਝੂਠ ਲੋਕਾਂ ਦੀ ਖਾਣ ਨੂੰ, ਔਰ ਖੂਹਾਂ ਤੋਂ ਪਾਣੀ ਤੱਕ ਨਹੀਂ ਸਨ ਭਰ ਸਕਦੇ। ਉਹਨਾਂ ਵਾਸਤੇ ਵਿਦਿਆ ਦੀ ਮਨਾਹੀ ਸੀ ਕਿ ਉਹ ਵਿਦਿਆ ਨਹੀਂ ਪੜ੍ਹ ਸਕਦੇ, ਉਹ ਕਿਸੇ ਧਰਮ ਸਥਾਨ ਵਿੱਚ ਨਹੀਂ ਜਾ ਸਕਦੇ, ਬ੍ਰਾਹਮਣ ਦੇ ਬਰਾਬਰ ਬੈਠ ਨਹੀਂ ਸਕਦੇ। ਐਨੀਆਂ ਬੰਦਿਸ਼ਾਂ ਸਨ ਉਹਨਾਂ ਤੇ, ਔਰਤ ਤੇ ਵੀ ਕਾਫੀ ਬੰਦਿਸ਼ਾਂ ਸੀ, ਸਤੀ ਵਗੈਰਾ, ਦੂਜਾ ਤੀਜਾ, ਇਹ ਸਾਰੀਆਂ ਚੀਜ਼ਾਂ ਅਸੀਂ ਵਿਚਾਰ ਚੁੱਕੇ ਹਾਂ। ਤਾਂ ਭਗਤ ਕਬੀਰ ਜੀ ਇਹਨਾਂ ਚੀਜ਼ਾਂ ਦਾ ਖੰਡਨ ਕਰ ਰਹੇ ਨੇ। ਕਬੀਰ ਜਾਤ ਜੁਲਾਹਾ ਕਿਆ ਕਰੈ, ਹਿਰਦੈ ਬਸੇ ਗੋਪਾਲ। ਕਿਆ ਕਰੇ ਦਾ ਮਤਲਬ ਕੀ ਵਿਗਾੜ ਸਕਦੀ ਹੈ? ਮੇਰੇ ਅੰਦਰ ਨਿਤਾਣਾਪਣ ਪੈਦਾ ਨਹੀਂ ਕਰ ਸਕਦੀ। ਲੋਕ ਮੈਨੂੰ ਨੀਵਾਂ ਕਹਿ ਸਕਦੇ ਨੇ, ਪਰ ਮੇਰੇ ਅੰਦਰ ਇਸ ਚੀਜ਼ ਦਾ ਕੋਈ ਉਹ ਨਹੀਂ ਹੈ ਨੈਗੇਟਿਵਿਟੀ ਕਿ ਪ੍ਰਭੂ ਦੇ ਗੁਣ ਗਾਇਆ। ਹਿਰਦੇ ਬਸੇ ਗੋਪਾਲ ਦਾ ਮਤਲਬ ਜਦੋਂ ਹਿਰਦੇ ਦੇ ਅੰਦਰ ਮੈਂਟੈਲਿਟੀ, ਮਾਨਸਿਕਤਾ, ਸੋਚ ਦੇ ਅੰਦਰ ਰੱਬ ਵਸ ਜਾਏ, ਸੋਚ ਦੇ ਅੰਦਰ ਰੱਬੀ ਗੁਣ ਵਸ ਜਾਣ, ਤਾਂ ਫਿਰ ਇਹ ਜਾਤ ਵਗੈਰਾ ਕੁਛ ਨਹੀਂ ਵਿਗਾੜਦੀ। ਜਾਤ ਜਿਹੜੀ ਹੈ ਉਹ ਮੇਰਾ ਕੁਛ ਨਹੀਂ ਵਿਗਾੜ ਸਕਦੀ, ਮੇਰੇ ਅੰਦਰ ਨਿਤਾਣਾਪਣ ਪੈਦਾ ਨਹੀਂ ਕਰ ਸਕਦੀ, ਨੈਗੇਟਿਵਿਟੀ ਮੇਰੇ ਅੰਦਰ ਪੈਦਾ ਨਹੀਂ ਕਰ ਸਕਦੀ, ਕਿਉਂਕਿ ਮੇਰੇ ਹਿਰਦੇ ਦੇ ਅੰਦਰ ਰੱਬ ਵਸ ਗਿਆ ਹੈ। ਤੇ ਰੱਬ ਸਭ ਤੋਂ ਵੱਡਾ ਹੈ, ਉੱਚਾ ਹੈ। ਰੱਬ ਵਸਣ ਦਾ ਮਤਲਬ ਰੱਬੀ ਗੁਣ, ਸਤ, ਸੰਤੋਖ, ਦਇਆ, ਧਰਮ, ਧੀਰਜ, ਨਿਰਭੈਤਾ, ਨਿਰਵੈਰਤਾ, ਜਿਨ੍ਹਾਂ ਦੇ ਅੰਦਰ ਇਹ ਗੁਣ ਵਸ ਜਾਂਦੇ ਨੇ, ਉਹ ਜਾਤੀਵਾਦ ਤੋਂ ਉਤਾਂ ਉੱਠ ਜਾਂਦੇ ਨੇ। ਜਾਤਵਾਦ ਉਹਦਾ ਕੁਛ ਨਹੀਂ ਵਿਗਾੜਦੀ। ਕਬੀਰ ਰਮਈਆ ਕੰਠ ਮਿਲ, ਚੂਕਹਿ ਸਰਬ ਜੰਜਾਲ। ਇਹਨੂੰ ਚੂਕਹਿ ਪੜਾਂਗੇ। ਜੇ ਜੰਜਾਲ ਦੇ ਲੱਲੇ ਥੱਲੇ ਔਂਕੜ ਹੁੰਦਾ ਤਾਂ ਫਿਰ ਇੱਕ ਜੰਜਾਲ ਦੀ ਗੱਲ ਹੋਣੀ ਸੀ। ਜੰਜਾਲ ਦੇ ਲੱਲੇ ਨਾਲ ਸਿਹਾਰੀ ਹੁੰਦੀ, ਉਹਦਾ ਅਰਥ ਬਣ ਜਾਣਾ ਸੀ ਜੰਜਾਲ ਵਿੱਚ। ਪਰ ਇੱਥੇ ਜੰਜਾਲ ਦਾ ਲੱਲਾ ਮੁਕਤਾ ਹੈ, ਇਹਦਾ ਮਤਲਬ ਇਹ ਬਹੁਵਚਨੀ ਪਲੂਰਲ ਸ਼ਬਦ ਹੈ। ਇਸ ਲਈ ਚੂਕਹਿ, ਜੋ ਚੂਕਹਿ ਸ਼ਬਦ ਹੈ, ਜੇ ਤੇ ਕੱਕੇ ਦੇ ਉੱਤੇ ਦਲਾਵਾਂ ਲੱਗੀਆਂ ਹੁੰਦੀਆਂ ਚੂਕੈ, ਫਿਰ ਇੱਕ ਜੰਜਾਲ ਦੀ ਗੱਲ ਹੋਣੀ ਸੀ। ਲੇਕਿਨ ਇਹ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਨਾਲ ਸਿਹਾਰੀ ਹੈ,
ਇਸ ਲਈ ਇਹ ਬਹੁਵਚਨੀ ਸ਼ਬਦ ਹੈ ਤੇ ਇਹਦਾ ਉਚਾਰਨ ਬਿੰਦੀ ਸਹਿਤ ਹੋਏਗਾ। ਚੂਕਹਿ ਕਬੀਰ ਰਮਈਆ ਕੰਠ ਮਿਲ, ਚੂਕਹਿ ਸਰਬ ਜੰਜਾਲ। ਚੂਕਹਿ ਦਾ ਮਤਲਬ ਮੁੱਕ ਜਾਂਦੇ ਨੇ। ਰਮਈਆ ਦਾ ਮਤਲਬ ਜੋ ਰਮਿਆ ਹੋਇਆ ਪ੍ਰਭੂ ਹੈ ਜਗਤ ਦੇ ਕਣ ਕਣ ਵਿੱਚ। ਕੰਠ ਮਿਲ ਦਾ ਮਤਲਬ ਗਲੇ ਲੱਗਣਾ। ਹੁਣ ਰੱਬ ਦੇ ਗਲੇ ਕਿਵੇਂ ਲੱਗਿਆ ਜਾ ਸਕਦਾ ਹੈ? ਸਾਡੀ ਸੁਰਤ ਨੇ ਗਲੇ ਲੱਗਣਾ ਰੱਬੀ ਗੁਣਾਂ ਦੇ। ਤਾਂ ਕਬੀਰ ਜੀ ਕਹਿੰਦੇ ਨੇ ਪ੍ਰਭੂ ਦੀ ਯਾਦ ਵਿੱਚ ਜੁੜਿਆ ਨੀਵੀਂ ਜਾਤ ਦੀ ਕਮਜ਼ੋਰੀ ਹੀ ਨਹੀਂ ਮੁੱਕਦੀ, ਸਗੋਂ ਮਾਇਆ ਦੇ ਸਾਰੇ ਜੰਜਾਲ ਹੀ ਮੁੱਕ ਜਾਂਦੇ ਨੇ, ਸਾਰੇ ਜੰਜਾਲ ਹੀ ਖਤਮ ਹੋ ਜਾਂਦੇ। ਹੁਣ ਜੰਜਾਲ ਕਿਹੜੇ ਨੇ ਇਹ ਚੀਜ਼ ਸਮਝਣ ਵਾਲੀ ਹੈ। ਆਪਾਂ ਵੈਸੇ ਵਿਚਾਰ ਕਰ ਚੁੱਕੇ ਹਾਂ ਪਿੱਛੇ। ਸਾਡੇ ਕੰਮ ਹੀ ਭਗਤੀ ਬਣ ਜਾਂਦੇ ਨੇ ਔਰ ਸਾਡੇ ਕੰਮ ਹੀ ਜੰਜਾਲ ਬਣ ਜਾਂਦੇ ਨੇ। ਦੇਖੋ ਜਦੋਂ ਅਸੀਂ ਸੱਚ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਂਦੇ ਆ ਨਾ, ਚਾਹੇ ਉਹ ਸਾਡੇ ਘਰੇਲੂ ਕੰਮ ਨੇ, ਦੁਕਾਨ ਕਰਦੇ ਹਾਂ, ਵਪਾਰ ਕਰਦੇ ਹਾਂ, ਖੇਤੀ ਕਰਦੇ ਹਾਂ, ਤਾਂ ਜੇ ਸਾਡਾ ਬੇਸ ਸੱਚ ਹੈ ਤਾਂ ਫਿਰ ਇਹ ਕੰਮ ਕਿਰਤ ਬਣ ਜਾਂਦੇ ਨੇ, ਧਰਮ ਬਣ ਜਾਂਦੇ ਨੇ। ਤੇ ਜੇ ਇਹਨਾਂ ਕੰਮਾਂ ਦਾ ਬੇਸ ਹੋਏ ਨਾ ਝੂਠ ਔਰ ਲਾਲਚ, ਫਿਰ ਇਹ ਕੰਮ ਹੀ ਜੰਜਾਲ ਔਰ ਕਜੀਏ ਬਣ ਜਾਂਦੇ ਨੇ, ਜਿਨ੍ਹਾਂ ਨੂੰ ਪੰਜਾਬੀ ਵਿੱਚ ਕਜੀਏ ਕਹਿੰਦੇ ਨੇ। ਪਿਆ ਘਰਾਂ ਦੇ ਕਜੀਏ ਹੀ ਨਹੀਂ ਮੁੱਕਦੇ। ਕਜੀਏ ਦਾ ਮਤਲਬ ਕੰਮ ਨਹੀਂ ਹੈ। ਕਜੀਏ ਦਾ ਮਤਲਬ ਕਿ ਜਿਨ੍ਹਾਂ ਕੰਮਾਂ ਨੂੰ ਅਸੀਂ ਭਾਰ ਸਮਝਦੇ ਹਾਂ, ਜਿਨ੍ਹਾਂ ਕੰਮਾਂ ਦਾ ਬੇਸ ਪਾਪ ਹੈ, ਜਿਨ੍ਹਾਂ ਕੰਮਾਂ ਦਾ ਬੇਸ ਅਪਰਾਧ ਹੈ, ਉਹ ਸਾਰੇ ਜੰਜਾਲ ਹੀ ਮੁੱਕ ਜਾਂਦੇ ਨੇ। ਫਿਰ ਨਾ ਵਰਤਾਂ ਦੀ ਲੋੜ ਰਹਿੰਦੀ ਹੈ, ਨਾ ਨਰਾਤਿਆਂ ਦੀ, ਨਾ ਸਰਾਧਾਂ ਦੀ, ਨਾ ਸਮਾਧੀਆਂ ਲਾਉਣ ਦੀ, ਨਾ ਮਾਲਾ ਫੇਰਨ ਦੀ, ਨਾ ਜੰਗਲਾਂ ਵਿੱਚ ਜਾਣ ਦੀ, ਨਾ ਭੋਰਿਆਂ ਵਿੱਚ ਵੜਨ ਦੀ, ਨਾ ਪਹਾੜਾਂ ਤੇ ਚੜਨ ਦੀ। ਇਹ ਸਾਰੇ ਕਜੀਏ ਮੁੱਕ ਜਾਂਦੇ ਨੇ। ਈਰਖਾ, ਦਵੈਸ਼, ਵੈਰ ਵਿਰੋਧ ਖਤਮ ਹੋ ਜਾਂਦੇ ਨੇ। ਜਾਤੀਵਾਦ ਵਗੈਰਾ ਸਾਰਾ ਕੁਝ ਖਤਮ ਹੋ ਜਾਂਦਾ ਹੈ। ਕਦੋਂ? ਕਬੀਰ ਰਮਈਆ ਕੰਠ ਮਿਲ, ਜਦੋਂ ਰੱਬ ਦੇ ਗਲੇ ਨਾਲ ਮਿਲਦੇ ਆ, ਰੱਬੀ ਗੁਣਾਂ ਦੇ ਨਾਲ ਜੁੜਦੇ ਆ। ਤਾਂ ਜਦੋਂ ਵੀ ਅਸੀਂ ਕੋਈ ਸ਼ਬਦ ਪੜ੍ਹ ਰਹੇ ਹਾਂ ਤਾਂ ਉਹਦੇ ਵਿੱਚ ਸਾਨੂੰ ਖਾਸ ਜੋ ਇੱਕ ਗੱਲ ਮਿਲ ਰਹੀ ਹੈ ਉਹ ਇਹ ਹੈ ਕਿ ਗੁਣਾਂ ਦੇ ਨਾਲ ਜੁੜਨਾ, ਸੱਚੀ ਜ਼ਿੰਦਗੀ ਜੀਣੀ, ਰਜਾ ਦੇ ਵਿੱਚ ਰਹਿਣਾ। ਤਾਂ ਇੱਥੋਂ ਸਾਨੂੰ ਸਮਝਾ ਰਹੇ ਨੇ ਕਿ ਜਾਤੀਵਾਦ ਦਾ ਤਿਆਗ ਕਰੋ ਭਾਈ। ਜਾਤ ਕਰਕੇ ਕੋਈ ਨੀਵਾਂ ਔਰ ਉੱਚਾ ਨਹੀਂ ਹੁੰਦਾ, ਸਗੋਂ ਜੋ ਰੱਬੀ ਗੁਣਾਂ ਦਾ ਧਾਰਨੀ ਹੈ ਉਹ ਮਹਾਨ ਹੈ, ਤੇ ਜੋ ਅਵਗੁਣਾ ਵਾਲਾ ਬੰਦਾ ਹੈ ਉਹਨੂੰ ਕੋਈ ਭਲਾ ਨਹੀਂ ਕਹਿੰਦਾ। ਅਵਗੁਣੇ ਆਰੇ ਮਾਨਸੇ ਭਲੋ ਨਾ ਕਹੇ ਕੋਈ। ਪਿੱਛੇ ਅਸੀਂ ਇਹਦਾ ਵਿਚਾਰ ਕਰ ਚੁੱਕੇ ਹਾਂ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ, ਪਾਂਚੋਂ ਲੜਕੇ ਮਾਰ ਕੇ ਰਹਿ ਰਾਮ ਲਿਉ ਲਾਏ। ਇਹਨੂੰ ਲੜਕੇ ਨਹੀਂ ਪੜ੍ਹਨਾ, ਰਾਰੇ ਨਾਲ ਥੋੜੀ ਜਿਹੀ ਸਿਹਾਰੀ ਦੀ ਆਵਾਜ਼ ਆਏਗੀ। ਲੜਕੇ, ਲੜਕੇ ਦਾ ਮਤਲਬ ਲੜਕੇ। ਤਾਂ ਇੱਥੇ ਹੁਣ ਕਹਿ ਰਹੇ ਨੇ ਕਬੀਰ ਐਸਾ ਕੋ ਨਹੀਂ, ਇਹੋ ਜਿਹਾ ਕੋਈ ਨਹੀਂ ਹੈ, ਕੋਈ ਵਿਰਲਾ ਹੈ। ਕੋ ਨਹੀਂ ਦਾ ਮਤਲਬ ਕੋਈ ਵਿਰਲਾ ਹੁੰਦਾ ਹੈ। ਮੰਦਰ ਦਾ ਮਤਲਬ ਇੱਥੇ ਹੈ ਮਕਾਨ, ਯਾਨੀ ਸਰੀਰ। ਇੱਥੇ ਘਰ ਸਾੜਨ ਦੀ ਗੱਲ ਨਹੀਂ ਹੈ। ਮੰਦਰ ਦਾ ਮਤਲਬ ਸਰੀਰ, ਔਰ ਇੱਥੇ ਸਰੀਰ ਸਾੜਨ ਦੀ ਗੱਲ ਵੀ ਨਹੀਂ। ਇਹ ਨਹੀਂ ਕਿ ਪੈਟਰੋਲ ਪਾ ਕੇ ਸਰੀਰ ਤੇ ਕੋਈ ਅੱਗ ਲਾ ਲਵੇ, ਉਹਦੀ ਗੱਲ ਨਹੀਂ ਹੈ। ਇੱਥੇ ਸਰੀਰ ਦੇ ਮੋਹ ਦੀ ਗੱਲ ਹੈ। ਜੋ ਸਰੀਰਕ ਮੋਹ ਕਰਕੇ ਬੰਦਾ ਦੂਜਿਆਂ ਨੂੰ ਦੁੱਖ ਦਿੰਦਾ ਹੈ, ਦੁੱਖਾਂ ਦਾ ਕਾਰਨ ਬਣਦਾ ਹੈ। ਮੋਹ ਦਾ ਮਤਲਬ ਸਵਾਰਥ, ਸੈਲਫਿਸ਼ਨੈਸ। ਕਿ ਮੋਹ ਕਰਕੇ ਬੰਦਾ ਆਪਣੇ ਸੁੱਖਾਂ ਵਾਸਤੇ ਦੂਜਿਆਂ ਨੂੰ ਦੁੱਖ ਦਿੰਦਾ ਹੈ। ਆਪ ਸੁਖੀ ਰਹਿਣਾ, ਸ਼ਾਂਤ ਰਹਿਣਾ, ਵਿਕਾਸ ਕਰਨਾ, ਇਹ ਹਰ ਇਨਸਾਨ ਦਾ ਹੱਕ ਵੀ ਹੈ ਔਰ ਫਰਜ਼ ਵੀ ਹੈ। ਪਰ ਤੁਹਾਡੀ ਜਿੱਤ, ਜਿਹੜੇ ਤੁਹਾਡੇ ਸੁੱਖ ਨੇ, ਉਹ ਕਿਸੇ ਨੂੰ ਦੁੱਖ ਦੇ ਕੇ ਪੈਦਾ ਨਾ ਕੀਤੇ ਹੋਣ। ਤੁਹਾਡਾ ਵਿਕਾਸ ਕਿਸੇ ਦੇ ਵਿਨਾਸ਼ ਵਿੱਚੋਂ ਨਾ ਨਿਕਲਿਆ ਹੋਵੇ। ਤੁਹਾਡੇ ਹਾਸੇ ਕਿਸੇ ਦੇ ਰੋਣੇ ਦੇ ਬਦਲੇ ਨਾ ਮਿਲੇ ਹੋਣ। ਇਹਨੂੰ ਕਬੀਰ ਜੀ ਕਹਿੰਦੇ ਨੇ ਮੰਦਰ ਜਰਾਣਾ, ਮੋਹ ਦਾ ਤਿਆਗ ਕਰਨਾ। ਤਾਂ ਕਬੀਰ ਜੀ ਕਹਿੰਦੇ ਨੇ ਕੋਈ ਵਿਰਲਾ ਹੁੰਦਾ ਹੈ ਜਿਹੜਾ ਬੰਦਾ ਪ੍ਰਭੂ ਦੀ ਸਿਫਤ ਸਲਾਹ ਕਰਕੇ ਸਰੀਰਕ ਮੋਹ ਔਰ ਕਾਮਾਦਿਕ ਨੂੰ ਸਾੜ ਦਿੰਦਾ ਹੈ। ਕੋਈ ਵਿਰਲਾ ਅਜਿਹਾ ਮਨੁੱਖ ਹੁੰਦਾ ਹੈ ਜੋ ਸਰੀਰਕ ਮੋਹ ਨੂੰ ਦੇ ਅਧਿਆਸ ਨੂੰ ਸਾੜਦਾ ਹੈ। ਪਾਂਚੋਂ ਲੜਕੇ ਮਾਰ ਕੇ ਰਹਿ ਰਾਮ ਲਿਉ ਲਾਏ। ਲੜਕੇ ਦਾ ਮਤਲਬ ਲੜਕੇ, ਮਾਇਆ ਦੇ ਜਿਹੜੇ ਪੁੱਤਰ ਨੇ। ਲਿਓ ਦਾ ਮਤਲਬ ਲਿਵ, ਤੇ ਇੱਥੇ ਲਿਵ ਦਾ ਮਤਲਬ ਸਮਾਧੀ ਨਹੀਂ ਹੈ। ਇੱਥੇ ਲਿਵ ਦਾ ਮਤਲਬ ਹੈ ਲਗਨ, ਪ੍ਰੀਤ। ਤਾਂ ਕਬੀਰ ਜੀ ਕਹਿੰਦੇ ਨੇ ਕੋਈ ਵਿਰਲਾ ਹੈ ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਪੰਜਾਂ ਹੀ ਲੜਕਿਆਂ ਨੂੰ, ਮਾਇਆ ਦੇ ਪੁੱਤਰਾਂ ਨੂੰ ਮਾਰ ਕੇ ਤੇ ਪ੍ਰਭੂ ਦੇ ਨਾਲ ਲਿਵ ਲਾ ਲਵੇ, ਸ਼ੁਭ ਗੁਣਾਂ ਦੇ ਨਾਲ ਲਿਵ ਲਾ ਲਵੇ, ਲਗਨ ਲਾ ਲਵੇ। ਆਮ ਬੰਦੇ ਦੀ ਜੋ ਲਗਨ ਹੈ, ਕਿਸੇ ਦੀ ਕਾਮ ਵਿੱਚ ਹੈ, ਕ੍ਰੋਧ ਵਿੱਚ ਹੈ, ਲੋਭ ਵਿੱਚ, ਮੋਹ ਵਿੱਚ ਲਗਨ ਨਾ, ਇਸ ਲਗਨ ਦੇ ਵਿੱਚ ਬੰਦਾ ਫਿਰੀ ਜਾਂਦਾ ਹੈ। ਲੇਕਿਨ ਕੁਝ ਚੰਦ ਲੋਕ ਐਸੇ ਹੁੰਦੇ ਨੇ
ਜੋ ਸਰੀਰਕ ਮੋਹ ਤੋਂ, ਸਵਾਰਥ ਤੋਂ ਉਤਾਂ ਉੱਠ ਜਾਂਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚ, ਉਹਨਾਂ ਦੀ ਸੋਚ ਵਿੱਚ ਫਿਰ ਇਹ ਵਿਕਾਰ ਨਹੀਂ ਹੁੰਦੇ। ਉਹਨਾਂ ਦੀ ਸੋਚ ਦੇ ਅੰਦਰ ਸ਼ੁਭ ਗੁਣ ਹੁੰਦੇ ਨੇ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ। ਜਿਵੇਂ ਕਿ ਅੱਜ ਇਸ ਯੁੱਗ ਦੇ ਵਿੱਚ ਬਹੁਤ ਸਾਰੇ ਲੋਕ ਤੁਹਾਨੂੰ ਮਿਲ ਜਾਣਗੇ ਚੌਗਿਰਦੇ ਜ਼ਿੰਦਗੀ ਜੀਂਦਿਆਂ। ਖਾਸ ਕਰਕੇ ਮੈਂ ਭਗਤ ਪੂਰਨ ਸਿੰਘ ਜੀ ਦਾ ਨਾਮ ਆਮ ਲਿਆ ਕਰਦਾ ਹਾਂ, ਕਰੀਬ ਰੋਜ਼ ਹੀ ਇੱਕ ਅੱਧੀ ਵਾਰੀ ਲਿਆ ਜਾਂਦਾ ਹੈ। ਤਾਂ ਉਹਨਾਂ ਨੇ ਆਪਣਾ ਕੀਤਾ ਸੀ ਨਾ ਸਵਾਰਥ ਆਦਿਕ ਨੂੰ ਖਤਮ, ਤੇ ਕਿੰਨੀ ਚੰਗੀ ਜ਼ਿੰਦਗੀ ਜੀ ਕੇ ਗਏ, ਕਿੰਨੇ ਸਾਰੇ ਲੋਕਾਂ ਨੂੰ ਸੁੱਖ ਦਿੱਤਾ। ਕਬੀਰ ਜੀ ਕਹਿੰਦੇ ਨੇ ਐਸੇ ਵਿਰਲੇ ਹੁੰਦੇ ਨੇ, ਨਹੀਂ ਤਾਂ ਆਮ ਤਾਂ ਸਰੀਰ ਪਿੰਜਰੇ ਦੇ ਅੰਦਰ ਹੀ ਕਾਮ ਕ੍ਰੋਧ ਦੀ ਅੱਗ ਦੇ ਅੰਦਰ ਸੜਦੇ ਹੋਏ ਰਹਿ ਜਾਂਦੇ ਨੇ। ਤਾਂ ਐਸੀ ਜ਼ਿੰਦਗੀ ਜੀਵੀ ਜਾ ਸਕਦੀ ਹੈ, ਇਹ ਇੰਪੋਸੀਬਲ ਨਹੀਂ ਹੈ, ਪੋਸੀਬਿਲਿਟੀ ਹੈ। ਜੇ ਅਸੀਂ ਜੀਣਾ ਚਾਹੀਏ ਤਾਂ ਇਹੋ ਜਿਹੀ ਜ਼ਿੰਦਗੀ ਜੀ ਸਕਦੇ ਹਾਂ। ਕਬੀਰ ਐਸਾ ਕੋ ਨਹੀਂ, ਇਹ ਤਨ ਦੇਵੈ ਫੂਕ, ਅੰਧਾ ਲੋਗ ਨਾ ਜਾਣਈ, ਰਹਿਓ ਕਬੀਰਾ ਕੂਕ। ਕਬੀਰ ਜੀ ਕਹਿੰਦੇ ਨੇ ਵੀ ਇਹੋ ਜਿਹਾ ਕੋਈ ਵਿਰਲਾ ਹੁੰਦਾ। ਤਨ ਦਾ ਮਤਲਬ ਸਰੀਰ, ਫੂਕ ਦਾ ਮਤਲਬ ਜਿਹੜਾ ਹੈ ਸਾੜ ਦੇਵੇ, ਫੂਕ ਦੇਵੇ, ਤੇ ਪਰਾਂ ਫੂਕ ਹੈ ਚੀਜ਼ ਨੂੰ। ਫੂਕ ਦਾ ਮਤਲਬ ਸਾੜਨਾ, ਅੱਗ ਲਾ। ਕਬੀਰ ਜੀ ਕਹਿੰਦੇ ਨੇ ਕਿ ਮਾਇਆ ਦੇ ਪ੍ਰਭਾਵ ਕਰਕੇ ਕੋਈ ਵਿਰਲਾ ਹੀ ਅਜਿਹਾ ਮਿਲਦਾ ਹੈ ਜੋ ਪ੍ਰਭੂ ਦੀ ਸਿਫਤ ਸਲਾਹ ਕਰੇ ਔਰ ਸਰੀਰਕ ਮੋਹ ਨੂੰ ਫੂਕ ਦੇਵੇ, ਸਰੀਰਕ ਮੋਹ ਨੂੰ ਸਾੜ ਦੇਵੇ। ਇਹ ਤਨ ਦੇਵੇ ਫੂਕ ਦਾ ਮਤਲਬ ਹੈ ਕਿ ਇਹ ਸਰੀਰਕ ਮੋਹ ਨੂੰ ਖਤਮ ਕਰੇ। ਅਸੀਂ ਸਰੀਰਕ ਮੋਹ ਕਰਕੇ ਵਿਕਾਰਾਂ ਵੱਲ ਅਸੀਂ ਲਗਨ ਲਾਈ ਹੋਈ ਹੈ ਨਾ, ਕਿੰਨਾ ਅਸੀਂ ਯਤਨ ਕਰਦੇ ਹਾਂ। ਆਮ ਜੋ ਬੰਦਾ ਹੈ ਕਿੰਨਾ ਯਤਨ ਕਰਦਾ ਹੈ। ਜੇ ਅਸੀਂ ਤਿਆਗੀਆਂ ਵਾਲੇ ਪਾਸੇ, ਬਾਬਿਆਂ ਵੱਲ ਝਾਤ ਮਾਰੀਏ ਤਾਂ ਉਹ ਲੋਕ ਸੰਸਾਰ ਨੂੰ ਛੱਡ ਕੇ ਤੇ ਕਿਵੇਂ ਹੋਰ ਕਰਮ ਕਾਂਡਾਂ ਵਿੱਚ ਲੱਗੇ ਨੇ। ਕੋਈ ਪੁੱਠਾ ਲਟਕਿਆ ਹੈ, ਉਲਟਾ ਲਟਕਿਆ ਹੈ, ਕੋਈ ਵਰਤਨ ਰਾਤੇ ਵਗੈਰਾ ਵਗੈਰਾ ਕਰਦਾ ਹੈ ਨਾ। ਹੁਣ ਸਰੀਰਕ ਮਿਹਨਤ ਤੇ ਕੀਤੀ ਜਾ ਰਹੀ ਹੈ, ਪਰ ਪੁੱਠੇ ਪਾਸੇ ਕੀਤੀ ਜਾ ਰਹੀ ਹੈ। ਤੇ ਜੇ ਉਹ ਹੀ ਮਿਹਨਤ ਬੰਦਾ ਸੱਚਾਈ ਵਾਸਤੇ ਕਰੇ, ਦਇਆ ਵਾਸਤੇ ਕਰੇ, ਪ੍ਰੇਮ ਵਾਸਤੇ ਕਰੇ, ਤਾਂ ਕਿੰਨੀ ਚੰਗੀ ਜ਼ਿੰਦਗੀ ਹੋ ਸਕਦੀ ਹੈ। ਤਾਂ ਇੱਥੇ ਤਨ ਫੂਕਣ ਦਾ ਮਤਲਬ ਹੈ ਕਿ ਸੈਲਫਿਸ਼ਨੈਸ ਨੂੰ ਖਤਮ ਕਰੇ। ਕਬੀਰ ਐਸਾ ਕੋ ਨਹੀਂ, ਇਹ ਤਨ ਦੇਵੇ ਫੂਕ, ਕਿ ਇਹੋ ਜਿਹਾ ਕੋਈ ਵਿਰਲਾ ਹੈ ਜਿਹੜਾ ਸਰੀਰਕ ਮੋਹ ਨੂੰ ਸਾੜਦਾ ਹੈ। ਅੰਧਾ ਲੋਗ ਨਾ ਜਾਣਈ, ਰਹਿਓ ਕਬੀਰਾ ਕੂਕ। ਪਰ ਕਬੀਰ ਜੀ ਕਹਿੰਦੇ ਨੇ ਕਿ ਇਸ ਜਗਤ ਦੇ ਮੋਹ ਵਿੱਚ ਸੰਸਾਰ ਇੰਨਾ ਗਰਕ ਹੈ ਕਿ ਆਪਣੀ ਭਲਾਈ ਉਹਨੂੰ ਸੁਝਦੀ ਹੀ ਨਹੀਂ। ਕਬੀਰ ਜੀ ਭਾਵੇਂ ਉੱਚੀ ਕੂਕ ਕੂਕ ਕੇ ਕਹਿ ਰਹੇ ਨੇ, ਰਹਿਓ ਕਬੀਰਾ ਕੂਕ ਦਾ ਮਤਲਬ ਕਬੀਰ ਜੀ ਉੱਚੀ ਉੱਚੀ ਕੂਕ ਕੂਕ ਕੇ, ਉੱਚੀ ਆਵਾਜ਼ ਵਿੱਚ ਕਹਿ ਰਹੇ ਨੇ। ਪਰ ਬੰਦਾ ਸੰਸਾਰਿਕ ਮੋਹ ਔਰ ਵਿਕਾਰਾਂ ਵਿੱਚ ਇੰਨਾ ਖਚਤ ਹੈ ਕਿ ਇਹਨੂੰ ਆਪਣਾ ਭਲਾ ਵੀ ਨਹੀਂ ਸੁਝ ਰਿਹਾ ਕਿ ਇਹਦੇ ਵਿੱਚ ਮੇਰਾ ਹੀ ਭਲਾ ਹੈ। ਔਰ ਹਕੀਕਤ ਹੈ, ਤੁਸੀਂ ਕਿਸੇ ਨੂੰ ਸੱਚ ਦੀ ਗੱਲ ਕਹਿ ਕੇ ਦੇਖੋ, ਤੁਹਾਡੇ ਗੱਲ ਪੈ ਜਾਏਗਾ। ਬਾਣੀ ਵਿੱਚ ਇਹ ਚੀਜ਼ਾਂ ਬਿਆਨ ਕੀਤੀਆਂ ਨੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਜਿਹੜੇ ਸੱਚ ਬੋਲੋਗੇ ਤੇ ਜਿਹੜਾ ਝੂਠਾ ਬੰਦਾ ਹੈ, ਸੜਬਲ ਕਹਿਣ ਲੋਹਾ ਲਾਖਾ ਹੋ ਜਾਏਗਾ। ਸਾਚ ਕਹੇ ਤੇ ਛੋ ਆਵੇ। ਜਦੋਂ ਬੰਦਾ ਕੋਈ ਸੱਚ ਬੋਲਦਾ ਤੇ ਝੂਠੇ ਬੰਦੇ ਨੂੰ ਬਹੁਤ ਗੁੱਸਾ ਆਉਂਦਾ ਹੈ। ਸਾਚ ਕਹੇ ਸੋ ਬਿਖੇ ਸਮਾਨੈ। ਜੇ ਕੋਈ ਸੱਚ ਬੋਲਦਾ ਹੈ ਤਾਂ ਉਹ ਬੰਦਾ ਜ਼ਹਿਰ ਵਰਗਾ ਲੱਗਦਾ ਹੈ। ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚ ਬੋਲਿਆ ਨਾ, ਤਾਂ ਬਹੁਤ ਲੋਕਾਂ ਨੂੰ ਜ਼ਹਿਰ ਵਰਗਾ ਲੱਗਾ। ਫਿਰ ਉਹ ਜ਼ਹਿਰ ਵਰਗਾ ਜਿਨ੍ਹਾਂ ਨੂੰ ਲੱਗਾ, ਉਹਨਾਂ ਨੇ ਭੂਤਨਾ ਬੇਤਾਲਾ ਕੁਰਾਈਆ ਕਿਹਾ। ਜਦੋਂ ਬਾਬਰ ਨੂੰ ਜਾਬਰ ਕਿਹਾ ਹੋਏਗਾ ਤਾਂ ਉਹਨੂੰ ਜ਼ਹਿਰ ਵਰਗਾ ਲੱਗਾ ਨਾ, ਜੇਲ੍ਹ ਵਿੱਚ ਪਾ ਦਿੱਤਾ ਵੀ ਚੱਲ ਅੰਦਰ ਚੱਲ ਕੇ ਚੱਕੀ ਪੀ, ਜੇਲ੍ਹ ਲੱਗਾ ਨਾ ਜ਼ਹਿਰ ਵਰਗਾ। ਤਾਂ ਸੱਚ ਅੱਜ ਵੀ ਬੋਲੋਗੇ ਜ਼ਹਿਰ ਵਰਗਾ ਲੱਗੇਗਾ। ਜਿਹੜੇ ਬਾਬੇ ਸਨ ਆਪਣੇ ਜੋਗੀ, ਜਦੋਂ ਉਹਨਾਂ ਨੂੰ ਕਿਹਾ ਹੋਵੇਗਾ ਵੀ ਮਨ ਨਿਰਮਲ ਨਹੀਂ 10ਵੇਂ ਦਵਾਰ, ਭਰਮ ਭਰਮ ਆਵੇ ਮੂੜਾ ਵਾਰੋ ਵਾਰ, ਵੀ 10ਵੇਂ ਦਵਾਰ ਵਿੱਚ ਪ੍ਰਾਣ ਚੜਾਉਣ ਨਾਲ ਮਨ ਨਿਰਮਲ ਨਹੀਂ ਹੁੰਦਾ, ਇਹ ਤੇ ਮੂਰਖਤਾ ਵਾਲੇ ਕੰਮ ਹੈ, ਤਾਂ ਜ਼ਹਿਰ ਵਰਗਾ ਲੱਗਾ ਹੋਏਗਾ ਨਾ। ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਕਿਵੇਂ ਫਿਰ ਉਹ ਜਿਹੜੇ ਸਿੱਧ ਨੇ ਅੱਗ ਉਗਲਚਦੇ ਨੇ, ਯਾਨੀ ਅੱਗ ਵਰਗੇ ਬੋਲ ਬੋਲ ਰਹੇ ਨੇ, ਅਸਮਾਨ ਚੋਂ ਤਾਰੇ ਤੋੜਦੇ ਨੇ, ਯਾਨੀ ਅਣਹੋਣੀਆਂ ਗੱਲਾਂ ਕਰਦੇ ਨੇ। ਤਾਂ ਕਬੀਰ ਜੀ ਕਹਿੰਦੇ ਨੇ ਬੰਦੇ ਨੂੰ ਆਪਣੀ ਭਲਾਈ ਵੀ ਨਹੀਂ ਸੁਝਦੀ। ਹੁਣ ਤੁਸੀਂ ਆ ਕਿਸੇ ਨੂੰ ਕਹੋ ਕਿ ਆ ਤੁਹਾਡੇ ਵਰਤਨ ਰਾਤੇ ਵਗੈਰਾ ਜਿੰਨੇ ਵੀ ਕਰਮ ਕਾਂਡ, ਤੀਰਥਾਂ ਤੇ ਨਹਾਉਣਾ, ਉਰਾਂ ਪਰਾਂ, ਵੀ ਇਹ ਫਾਲਤੂ ਦੇ ਕੰਮ ਨੇ, ਤੁਹਾਡੇ ਗੱਲ ਪੈਣਗੇ। ਹਾਲਾਂਕਿ ਲੋਕਾਂ ਦਾ ਭਲਾ ਹੈ, ਜੇ ਲੋਕ ਸੱਚ ਦੇ ਨਾਲ ਜੁੜ ਜਾਣ, ਪਤੀ ਪਤਨੀ ਪ੍ਰੇਮ ਨਾਲ ਰਹਿਣ, ਭੈਣ ਭਰਾ ਪ੍ਰੇਮ ਨਾਲ ਰਹਿਣ, ਸੱਚ ਬੋਲਣ ਸਾਰੇ ਲੋਕ, ਤੇ ਭਲਾ ਤੇ ਇਸੇ ਕੰਮ ਵਿੱਚ ਹੀ ਹੈ। ਪਰ ਲੋਕ ਨਹੀਂ ਮੰਨਦੇ।
ਲੋਕਾਂ ਨੂੰ ਕਹਿ ਕੇ ਦੇਖੋ ਕਿ ਤੁਹਾਨੂੰ ਆ ਬਾਬੇ ਜਿੰਨੇ ਵੀ ਨਹੀਂ ਠੱਗ ਰਹੇ ਨੇ, ਇਹ ਤੁਹਾਨੂੰ ਗਲਤ ਰਾਹ ਤੇ ਪਾ ਰਹੇ ਨੇ। ਬਾਬਿਆਂ ਦੇ ਕਹਿਣ ਨਾਲ ਪੁੱਤਰ ਨਹੀਂ ਹੁੰਦੇ, ਪੁੱਤਰ ਕੁਸੇਬਾਂ ਨਾਲ ਥੋੜੀ ਹੁੰਦੇ, ਲੋਕ ਤੁਹਾਡੇ ਗਲ ਪੈਣੇ। ਤਾਂ ਕਬੀਰ ਜੀ ਕਹਿੰਦੇ ਨੇ ਅੰਧਾ ਲੋਗ ਨਾ ਜਾਣਈ ਰਹਿਓ ਕਬੀਰਾ ਕੂਕ, ਕਿ ਬੰਦਾ ਸੰਸਾਰਿਕ ਔਰ ਸਰੀਰਕ ਮੋਹ ਵਿੱਚ ਇੰਨਾ ਖਚਤ ਹੈ। ਤੇ ਕਬੀਰ ਜੀ ਕੂਕ ਕੂਕ ਕੇ ਕਹਿ ਰਹੇ ਨੇ ਤਾਂ ਵੀ ਇਹ ਅਗਿਆਨੀ ਅੰਨਾ ਬੰਦਾ ਆਪਣੇ ਭਲੇ ਬਾਰੇ ਵੀ ਨਹੀਂ ਸੋਚ ਰਿਹਾ ਕਿ ਇਹਦੇ ਵਿੱਚ ਮੇਰੀ ਭਲਾਈ ਹੈ, ਮੇਰਾ ਫਾਇਦਾ ਹੈ, ਮੇਰਾ ਲਾਭ ਹੈ। ਕਬੀਰ ਸਤੀ ਪੁਕਾਰੈ ਚਿਹ ਚੜੀ, ਸੁਨਹੁ ਬੀਰ ਮਸਾਨ, ਲੋਗ ਸਬਾਇਆ ਚਲ ਗਇਓ ਹਮ ਤੁਮ ਕਾਮ ਨਿਦਾਨ। ਇਸ ਪਾਵਨ ਸ਼ਲੋਕ ਦੇ ਅਰਥਾਂ ਵਿੱਚ ਵਿਦਵਾਨਾਂ ਦੇ ਅੰਦਰ ਥੋੜਾ ਥੋੜਾ ਮਤਭੇਦ ਹੈ। ਪਹਿਲਾਂ ਇਸ ਦਾ ਵਿਸ਼ਰਾਮ ਸਰਵਣ ਕਰ ਲਓ। ਕਬੀਰ ਸਤੀ ਪੁਕਾਰੈ ਚਿਹ ਚੜੀ, ਸੁਨਹੁ ਬੀਰ ਮਸਾਨ, ਲੋਗ ਸਬਾਇਆ ਚਲ ਗਇਓ ਹਮ ਤੁਮ ਕਾਮ ਨਿਦਾਨ। ਸਤੀ ਦਾ ਮਤਲਬ ਹੈ ਉਹ ਔਰਤ ਜਿਸ ਦੇ ਪਤੀ ਦੀ ਮੌਤ ਹੋ ਗਈ ਹੈ ਤੇ ਉਹ ਆਪਣੇ ਪਤੀ ਦੇ ਨਾਲ ਜਿੰਦਾ ਜਲਣ ਵਾਸਤੇ ਤਿਆਰ ਹੋ ਗਈ, ਜਿਹੜੀ ਪਤੀ ਦੇ ਨਾਲ ਸੜ ਜਾਂਦੀ ਸੀ। ਪਹਿਲਾਂ ਜਿਹੜੀਆਂ ਜਵਾਨ ਔਰਤਾਂ ਦਾ ਪਤੀ ਗੁਜ਼ਰ ਜਾਂਦਾ ਸੀ ਨਾ, ਜਾਂ ਆਮ ਔਰਤ ਦਾ, ਤੇ ਉਹ ਸਤੀ ਹੋ ਜਾਂਦੀ ਸੀ, ਉਹਨੂੰ ਨਾਲ ਸਾੜ ਦਿੱਤਾ ਜਾਂਦਾ ਸੀ, ਦੂਜਾ ਵਿਆਹ ਨਹੀਂ ਸੀ ਉਹ ਕਰਾ ਸਕਦੀ। ਤੇ ਜੇ ਪਤੀ ਨੇ ਗੁਜ਼ਰ ਜਾਣਾ ਤੇ ਆਮ ਜਿਹੜੇ ਲੋਕ ਨੇ ਉਹਦੇ ਨਾਲ ਬੋਲ ਚਾਲ ਵੀ ਛੱਡ ਦਿੰਦੇ ਸਨ। ਲੋਕ ਕਹਿੰਦੇ ਸਨ ਵੀ ਇਹਦਾ ਪਰਛਾਵਾਂ ਵੀ ਨਾ ਪਵੇ, ਕਲੈਣੀ ਹੈ, ਬੱਚਿਆਂ ਉੱਤੇ ਪਰਛਾਵਾਂ ਨਾ ਪਵੇ। ਐਵੇਂ ਦੇ ਵਿਚਾਰ ਤੇ ਅਸੀਂ ਆਪਣੀ ਬਚਪਨ ਦੇ ਵਿੱਚ ਸੁਣਦੇ ਰਹੇ ਹਾਂ। ਔਰਤ ਨੂੰ ਜਿੰਦਾ ਜਲਾ ਦਿੱਤਾ ਜਾਂਦਾ ਸੀ, ਹੱਥ ਦੇ ਵਿੱਚ ਇੱਕ ਨਾਰੀਅਲ ਵਗੈਰਾ ਦੇ ਕੇ। ਚਿਹ ਦਾ ਮਤਲਬ ਹੈ ਚਿਖਾ, ਚੜੀ ਦਾ ਮਤਲਬ ਜਿਹੜੀ ਚਿਖਾ ਦੇ ਉੱਤੇ ਚੜ ਗਈ ਹੈ, ਪਤੀ ਦੀ ਲਾਸ਼ ਦੇ ਨਾਲ ਬਹਿ ਗਈ ਹੈ। ਪੁਕਾਰੇ ਦਾ ਮਤਲਬ ਪੁਕਾਰ ਕਰਦੀ ਹੈ। ਸੁਨਹੁ ਦਾ ਮਤਲਬ ਸੁਣੋ। ਬੀਰ ਮਸਾਨ, ਇਹ ਜੋ ਬੀਰ ਮਸਾਨ ਨੇ, ਇਹਦੇ ਅਰਥਾਂ ਦੇ ਵਿੱਚ ਕੁਝ ਜਿਹੜੇ ਲੋਕਾਂ ਨੇ ਕਿਹਾ ਹੈ ਕਿ ਜਿਹੜੇ ਆ ਬੀਰ ਹੁੰਦੇ ਨੇ ਭੂਤ ਪ੍ਰੇਤ, ਉਹਨਾਂ ਨੂੰ ਕਹਿ ਰਹੀ ਹੈ, ਪਰ ਇੱਥੇ ਉਹ ਅਰਥ ਬਿਲਕੁਲ ਵੀ ਗਲਤ ਨੇ, ਕਿਉਂਕਿ ਭੂਤ ਪ੍ਰੇਤਾਂ ਬਾਰੇ ਅਸੀਂ ਉਹਨਾਂ ਬਾਰੇ ਵਿਚਾਰ ਕਰ ਚੁੱਕੇ ਹਾਂ ਕਿ ਭੂਤ ਪ੍ਰੇਤ ਨਾਮ ਦੀ ਕੋਈ ਚੀਜ਼ ਨਹੀਂ ਹੈ। ਵੀਰ ਦਾ ਮਤਲਬ ਵੀਰ, ਮਸਾਨ ਦਾ ਮਤਲਬ ਸ਼ਮਸ਼ਾਨ ਭੂਮੀ ਦੇ ਵਿੱਚ ਪਹੁੰਚੇ ਹੋਏ ਲੋਕ। ਵੀਰ ਦਾ ਮਤਲਬ ਵੀਰ ਜਿਹੜੇ ਸ਼ਮਸ਼ਾਨ ਭੂਮੀ ਵਿੱਚ ਪਹੁੰਚੇ ਹੋਏ ਨੇ। ਲੋਕ ਸਬਾਇਆ ਚੱਲ ਗਏ, ਉਹ ਲੋਕ ਦਾ ਮਤਲਬ ਸਾਰੇ ਲੋਕ ਤਾਂ ਚਲੇ ਜਾਣਗੇ। ਹਮ ਤੁਮ ਕਾਮ ਨਿਦਾਨ, ਨਿਦਾਨ ਦਾ ਮਤਲਬ ਆਖਿਰ ਨੂੰ, ਹਮ ਤੁਮ ਦਾ ਮਤਲਬ ਮੇਰਾ ਔਰ ਤੇਰਾ। ਇਹਦੇ ਜਿਹੜੇ ਅਰਥ ਨੇ ਕੁਝ ਵਿਦਵਾਨਾਂ ਨੇ ਇਸ ਤਰ੍ਹਾਂ ਕੀਤੇ ਹਨ ਕਿ ਜੋ ਚਿਖਾ ਦੇ ਉੱਤੇ ਚੜੀ ਹੋਈ ਸਤੀ ਹੈ ਉਹ ਮਸਾਣਾ ਨੂੰ ਕਹਿ ਰਹੀ ਹੈ, ਕਬਰਾਂ ਨੂੰ, ਕਿ ਸਾਰੇ ਲੋਕ ਚਲੇ ਗਏ ਨੇ, ਹਮ ਤੁਮ ਕਾਮ ਨਿਦਾਨ, ਆਖਿਰ ਨੂੰ ਮੈਨੂੰ ਹੀ ਤੇਰੇ ਨਾਲ ਕੰਮ ਜਿਹੜਾ ਹੈ ਪਿਆ ਹੈ। ਔਰ ਇਹਦਾ ਭਾਈ ਸਾਹਿਬ ਸਿੰਘ ਜੀ ਵੀ ਅਰਥ ਇਸ ਤਰ੍ਹਾਂ ਕਰ ਰਹੇ ਨੇ ਕਿ ਜੋ ਇਸਤਰੀ ਆਪਣੇ ਪਰਲੋਕ ਆਪਣੇ ਪਤੀ ਨੂੰ ਮਿਲਣ ਦੀ ਖਾਤਰ ਸਰੀਰ ਨਾਲ ਆਪਣੇ ਆਪ ਨੂੰ ਸਾੜਨ ਲਈ ਤਿਆਰ ਹੁੰਦੀ ਹੈ, ਉਹ ਚਿਖਾ ਉੱਤੇ ਚੜ ਕੇ ਦਲੇਰ ਹੋ ਕੇ ਆਖਦੀ ਹੈ ਕਿ ਹੇ ਵੀਰ ਮਸਾਨ, ਕਿ ਜਿਹੜੇ ਸਾਰੇ ਸੰਬੰਧੀ ਨੇ ਮੇਰਾ ਸਾਥ ਛੱਡ ਗਏ ਨੇ, ਮੈਨੂੰ ਕੋਈ ਮੇਰੇ ਪਤੀ ਨਾਲ ਨਹੀਂ ਮਿਲਾ ਸਕਿਆ, ਆਖਿਰ ਹੈ ਵੀਰ ਮੈਨੂੰ ਤੇਰੇ ਨਾਲ ਗਰਜ ਪਈ ਹੈ। ਲੇਕਿਨ ਇਸ ਦਾ ਜੋ ਭਾਵ ਹੈ ਨਾ, ਉਹ ਕੁਝ ਅਸਾਂ ਸਮਝਣ ਦਾ ਯਤਨ ਕਰਨਾ ਹੋਰ ਹੈ। ਜਿਹੜੀ ਚਿਖਾ ਦੇ ਉੱਤੇ ਔਰਤ ਚੜ ਗਈ ਹੈ ਉਹ ਉਹਨਾਂ ਲੋਕਾਂ ਨੂੰ ਕਹਿ ਰਹੀ ਹੈ, ਸੁਣੋ ਵੀਰ ਮਸਾਨ, ਕਿ ਹੇ ਮਸਾਨ ਦੇ ਵਿੱਚ ਪਹੁੰਚੇ ਹੋਏ ਲੋਕੋ ਸੁਣੋ। ਲੋਕ ਸਬਾਇਆ ਚੱਲ ਗਏ, ਕਿ ਜਿਹੜਾ ਵੀ ਇਸ ਦੁਨੀਆ ਦੇ ਵਿੱਚ ਆਇਆ ਉਹ ਚਲਾ ਗਿਆ ਹੈ, ਉਹ ਮਰ ਗਿਆ ਹੈ, ਯਾਨੀ ਮੌਤ ਇੱਕ ਦਿਨ ਆਏਗੀ। ਹਮ ਤੁਮ ਕਾਮ ਨਿਦਾਨ ਦਾ ਮਤਲਬ ਸਾਡਾ ਔਰ ਤੁਹਾਡਾ ਵੀ ਆਖਿਰ ਇੱਥੇ ਹੀ ਕੰਮ ਪੈਣਾ ਹੈ, ਸਾਨੂੰ ਤੁਹਾਨੂੰ ਵੀ ਇੱਥੇ ਆਉਣਾ ਪੈਣਾ ਹੈ, ਮਰਨਾ ਪੈਣਾ ਹੈ। ਤਾਂ ਇੱਥੇ ਸਾਨੂੰ ਸੱਚਾਈ ਦਰਸਾਈ ਗਈ ਹੈ ਮੌਤ ਦੀ, ਕਿ ਆਖਿਰ ਸਾਰਿਆਂ ਨੂੰ ਮਰਨਾ ਹੀ ਪੈਣਾ ਹੈ, ਸਰੀਰਕ ਤੌਰ ਤੇ ਮੌਤ ਸਾਰਿਆਂ ਦੀ ਹੋਣੀ ਹੈ। ਹੁਣ ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਗੁਰੂ ਜੀ ਸਤੀ ਪ੍ਰਥਾ ਦੀ ਪ੍ਰੋੜਤਾ ਨਹੀਂ ਕਰ ਰਹੇ। ਭਗਤ ਕਬੀਰ ਜੀ ਇਹ ਨਹੀਂ ਕਹਿ ਰਹੇ ਕਿ ਸਤੀ ਹੋਣਾ ਠੀਕ ਹੈ, ਇਹ ਉਦੋਂ ਰਸਮ ਚੱਲਦੀ ਸੀ, ਉਹਦਾ ਕੇਵਲ ਉਹਨੂੰ ਪ੍ਰਮਾਣ ਵਜੋਂ ਵਰਤ ਰਹੇ ਨੇ। ਔਰ ਇਹ ਦਰਸਾ ਰਹੇ ਨੇ ਕਿ ਅੱਜ ਤੇ ਤੁਸੀਂ ਜਾ ਰਹੇ ਹੋ ਮੈਨੂੰ ਇੱਥੇ ਸਰਦੀ ਨੂੰ ਛੱਡ ਕੇ, ਆਖਿਰ ਤੁਹਾਨੂੰ ਵੀ ਇੱਥੇ ਹੀ ਆਉਣਾ ਪੈਣਾ ਹੈ, 4 ਦਿਨ ਖਲੋ ਕੇ ਆ ਜਾਓਗੇ। ਤਾਂ ਗੁਰਮਤਿ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਹੈ ਔਰ ਗੁਰੂ ਜੀ ਨੇ ਕਿਹਾ ਹੈ, ਸਤੀਆਂ ਇਹ ਨਾ ਆਖੀਏ ਮੜਿਆਂ ਲੱਗ ਜਲਨ, ਉਹਨਾਂ ਨੂੰ ਅਸੀਂ ਸਤੀਆਂ ਨਹੀਂ ਕਹਿ ਸਕਦੇ। ਔਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਤਾਂ ਅਕਬਰ ਨੂੰ ਕਹਿ ਕੇ ਤੇ ਇਹ ਸਤੀ ਪ੍ਰਥਾ ਦੇ ਖਿਲਾਫ ਕਾਨੂੰਨ ਵੀ ਪਾਸ ਕਰਵਾਇਆ ਸੀ। ਇਹ ਇਤਿਹਾਸ ਦੇ ਵਿੱਚ ਸਾਨੂੰ ਪ੍ਰਮਾਣ ਮਿਲਦੇ ਨੇ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਆਖਿਰ ਸਰੀਰਕ ਮੌਤ ਸਾਰਿਆਂ ਦੀ ਹੋ ਜਾਣੀ ਹੈ, ਕਿਸੇ ਦਾ ਸदैवी ਸਾਥ ਇਸ ਦੁਨੀਆ ਵਿੱਚ ਨਹੀਂ ਹੈ।
ਇਸ ਲਈ ਜਿਉਂਦੀ ਜ਼ਿੰਦਗੀ ਜਿਹੜੀ ਸਾਨੂੰ ਜੀਵਨ ਮਿਲਿਆ ਹੈ ਉਹਨੂੰ ਠੀਕ ਢੰਗ ਦੇ ਨਾਲ ਗੁਜ਼ਾਰੋ ਔਰ ਇਹੋ ਜਿਹੇ ਜਿਹੜੇ ਕਰਮ ਨੇ ਉਹ ਨਾ ਕਰੋ। ਕਬੀਰ ਮਨ ਪੰਖੀ ਪਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਪੰਖੀ ਦਾ ਮਤਲਬ ਪੰਛੀ, ਜਾਨਵਰ, ਪਰਿੰਦਾ। ਭਇਓ ਦਾ ਮਤਲਬ ਬਣਿਆ ਹੋਇਆ ਹੈ। ਉੱਡ ਉੱਡ ਦਾ ਮਤਲਬ ਉੱਡ ਉੱਡ ਕੇ। ਦਹਿ ਦਿਸ ਦਾ ਮਤਲਬ ਦਸਾਂ ਦਿਸ਼ਾਵਾਂ ਵਿੱਚ, ਮੁੜ ਮੁੜ ਕੇ ਉੱਡ ਉੱਡ ਕੇ। ਦਸਾਂ ਦਿਸ਼ਾਵਾਂ ਵਿੱਚ ਦਾ ਮਤਲਬ ਚਾਰ ਫੇਰੇ ਫਿਰਨਾ। ਤੇ ਜਿਹੜਾ ਜਿਹੋ ਜੀ ਸੰਗਤ ਵਿੱਚ ਮਿਲਦਾ ਹੈ ਉਹ ਜਿਹਾ ਫਲ ਖਾਂਦਾ ਹੈ। ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਜਾਣਦਿਆਂ ਵੀ, ਇਹ ਸਮਝਦਿਆਂ ਹੋਇਆਂ, ਸੱਚਾਈ ਦਾ ਪਤਾ ਲੱਗ ਗਿਆ ਨਾ ਕਿ ਸਾਨੂੰ ਸੱਚੀ ਜ਼ਿੰਦਗੀ ਜੀਣੀ ਚਾਹੀਦੀ ਹੈ, ਝੂਠ ਨਹੀਂ ਬੋਲਣਾ ਚਾਹੀਦਾ, ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ, ਇਨਸਾਨੀਅਤ ਵਾਲਾ ਜੀਵਨ ਜੀਣਾ ਚਾਹੀਦਾ, ਇਹ ਸਾਰਿਆਂ ਨੂੰ ਹੀ ਪਤਾ ਹੈ। ਔਰ ਇਹਦੇ ਰਿਜ਼ਲਟ ਦਾ ਵੀ ਹਰ ਇਨਸਾਨ ਨੂੰ ਪਤਾ ਹੈ ਕਿ ਜੇ ਅਸੀਂ ਸੱਚੀ ਪਿਆਰੀ ਜ਼ਿੰਦਗੀ ਜੀਵਾਂਗੇ ਤਾਂ ਸਾਡੇ ਜੀਵਨ ਦੇ ਅੰਦਰ ਖੁਸ਼ੀਆਂ, ਖੇੜੇ, ਪ੍ਰਸੰਨਤਾ ਆਉਣਗੀਆਂ। ਇਹਨਾਂ ਚੀਜ਼ਾਂ ਦਾ ਪਤਾ ਹੈ ਨਾ ਸਾਰਿਆਂ ਨੂੰ। ਤਾਂ ਕਬੀਰ ਜੀ ਕਹਿ ਰਹੇ ਨੇ ਇਹ ਪਤਾ ਹੁੰਦਿਆਂ ਹੋਇਆਂ ਵੀ ਕਿ ਦੀਨ ਵਾਸਤੇ, ਦੁਨੀ ਵਾਸਤੇ ਦੀਨ ਨੂੰ ਗਵਾਉਣਾ ਠੀਕ ਨਹੀਂ ਹੈ, ਪਰ ਫਿਰ ਵੀ ਮਨ ਪੰਖੀ ਪਇਓ, ਬੰਦੇ ਦਾ ਮਨ ਪੰਛੀ ਬਣਿਆ ਹੋਇਆ ਹੈ। ਉੜ ਉੜ ਦਹਿ ਦਿਸ ਜਾਏ, ਚੁਫੇਰੇ ਉੱਡਦਾ ਹੈ, ਵਿਕਾਰਾਂ ਵੱਲ ਉੱਡਦਾ ਹੈ, ਪਰਾਏ ਰੂਪ ਨੂੰ ਤੱਕਦਾ ਹੈ, ਪਰਾਏ ਧਨ ਨੂੰ ਤੱਕਦਾ ਹੈ, ਕਦੇ ਇਹ ਨਿੰਦਿਆ ਵੱਲ ਭੱਜਦਾ ਹੈ, ਕਦੇ ਰੱਬੀ ਹੁਕਮ ਨੂੰ ਛੱਡ ਕੇ ਬਾਬਿਆਂ ਮਗਰ ਭੱਜ ਰਿਹਾ, ਕਦੇ ਜੋਤਸ਼ੀਆਂ ਮਗਰ, ਕਦੇ ਮੜੀਆਂ ਮਗਰ, ਕਬਰਾਂ ਮਗਰ। ਕਾਮ, ਕ੍ਰੋਧ, ਲੋਭ, ਮੋਹ, ਅਨੰਤ ਆਸ਼ਾਵਾਂ ਇਹਦੇ ਅੰਦਰ ਜਾਰੀ ਨੇ, ਵਿਕਾਰ ਜਾਰੀ ਨੇ। ਧੋਖਾਧੜੀ, ਬੇਵਿਸ਼ਵਾਸੀ, ਮਨ ਦੌੜਿਆ ਫਿਰ ਰਿਹਾ ਹੈ। ਮਨ ਸੱਚ ਦੇ ਉੱਤੇ ਟਿਕਦਾ ਹੀ ਨਹੀਂ। ਇਹਦਾ ਆਪਣੀ ਜ਼ਿੰਦਗੀ ਦਾ ਕੋਈ ਗੋਲ ਹੀ ਨਹੀਂ ਹੈ, ਏਮਲੈਸ ਜ਼ਿੰਦਗੀ ਹੈ। ਤੇ ਗੁਰੂ ਜੀ ਦਾ ਪਾਵਨ ਬਚਨ ਨਾ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਆਂ। ਭਵਾਈਆਂ ਦਾ ਮਤਲਬ ਭਟਕਦੇ ਨੇ, ਮੀਨਸ ਕਿ ਏਮਲੈਸ ਜ਼ਿੰਦਗੀ ਜੀਂਦੇ ਨੇ। ਸਾਡੀ ਜ਼ਿੰਦਗੀ ਆਮ ਜੋ ਮਨੁੱਖ ਹੈ, ਬਹੁਤਾਤ ਗਿਣਤੀ ਏਮਲੈਸ ਹੈ ਕਿ ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਸਾਡੀ ਜ਼ਿੰਦਗੀ ਦਾ ਗੋਲ ਕੀ ਹੈ, ਅਸੀਂ ਆਖਿਰ ਚਾਹੁੰਦੇ ਕੀ ਹਾਂ। ਉਹ ਗੋਲ ਨਹੀਂ ਹੈ ਆਮ ਬੰਦੇ ਦਾ। ਬਿਨਾਂ ਗੋਲ ਤੋਂ ਤੇਲੀ ਦੇ ਬਲਦ ਦੀ ਤਰ੍ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਰਿਹਾ ਹੈ, ਭਾਰ ਖਿੱਚ ਰਿਹਾ ਹੈ, ਪਹੁੰਚ ਕਿਤੇ ਵੀ ਨਹੀਂ ਰਿਹਾ। ਹੁਣ ਪਹੁੰਚੇ ਤਾਂ ਜੇ ਗੋਲ ਹੋਵੇ, ਗੋਲ ਹੀ ਨਹੀਂ ਹੈ। ਸਫ਼ਰ ਜਾਰੀ ਹੈ ਪਰ ਇਹ ਨਹੀਂ ਪਤਾ ਕਿ ਜਾਣਾ ਕਿੱਥੇ ਹੈ। ਕਿਸੇ ਬੰਦੇ ਨੇ ਡਾਕਟਰ ਨੂੰ ਕਿਹਾ ਕਿ ਮੇਰਾ ਥੋੜਾ weight ਜ਼ਿਆਦਾ ਹੈ, ਸਿਹਤ ਠੀਕ ਨਹੀਂ ਰਹਿੰਦੀ। ਤਾਂ ਡਾਕਟਰ ਨੇ ਕਿਹਾ ਵੀ ਤੂੰ ਸੈਰ ਕਰਿਆ ਕਰ। ਕਹਿੰਦਾ ਕਿੰਨੀ ਕਰ ਲਵਾਂ? ਕਹਿੰਦਾ 5 ਕਿਲੋਮੀਟਰ ਰੋਜ਼ ਚੱਲ ਰਿਹਾ ਕਰ, 5 ਕਿਲੋਮੀਟਰ ਰੋਜ਼। ਤੇ ਉਹਨੇ ਫਿਰ ਥੋੜੇ ਦਿਨ ਬਾਅਦ ਫੋਨ ਮਹੀਨੇ ਕੁ ਬਾਅਦ ਕੀਤਾ। ਕਹਿੰਦਾ ਡਾਕਟਰ ਜੀ ਚੱਲਦਾ ਚੱਲਦਾ ਮੈਂ ਅਟਾਰੀ ਬਾਰਡਰ ਤੇ ਪਹੁੰਚ ਗਿਆ, ਵਾਪਸ ਆ ਜਾਵਾਂ ਕਿ ਪਾਕਿਸਤਾਨ ਚ ਵੜਾਂ? ਯਾਨੀ ਗੋਲ ਹੀ ਨਹੀਂ ਹੈ ਨਾ, ਤੁਰਿਆ ਜਾ ਰਿਹਾ ਵੀ ਕਿੱਧਰ ਜਾਣਾ ਹੈ, ਕਿੱਧਰ ਨਹੀਂ ਜਾਣਾ। ਤਾਂ ਕਬੀਰ ਜੀ ਕਹਿੰਦੇ ਨੇ ਮਨ ਉੱਡ ਰਿਹਾ ਹੈ, ਫਿਰ ਵੀ ਪਤਾ ਹੁੰਦਿਆਂ ਸੁਣਦਿਆਂ ਵੀ ਵਿਕਾਰਾਂ ਵਿੱਚ ਉੱਡਦਾ ਹੈ। ਤੇ ਐਸਾ ਹੁੰਦਾ ਕਿਉਂ ਹੈ? ਕਿਉਂਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਹ ਕੁਦਰਤ ਦਾ ਨਿਯਮ ਹੈ, ਜਿਹਨੂੰ ਰਜ਼ਾ ਭਾਣਾ ਕਹਿੰਦੇ ਨੇ, ਲਾ ਆਫ ਨੇਚਰ, ਕਿ ਜੋ ਬੰਦਾ ਜੈਸੀ ਸੰਗਤ ਵਿੱਚ ਮਿਲੇਗਾ ਉਹੋ ਜਿਹਾ ਉਹਨੂੰ ਫਲ ਮਿਲ ਜਾਏਗਾ, ਉਹੋ ਜਿਹਾ ਉਹ ਫਲ ਖਾਏਗਾ। ਹੁਣ ਸੰਗਤ ਵਿੱਚ ਮਿਲਣ ਦਾ ਕੀ ਮਤਲਬ ਹੈ ਕਿ ਮੇਰੀ ਸੁਰਤ, ਅਸਲੀ ਸੰਗਤ ਕਿੰਨੇ ਕਰਨੀ? ਮੇਰੀ ਸੁਰਤ ਨੇ। ਜੇ ਮੇਰੀ ਸੁਰਤ ਝੂਠ ਵਿੱਚ ਮਿਲੀ ਹੋਈ ਹੈ, ਝੂਠ ਦੀ ਸੰਗਤ ਕਰਦੀ ਹੈ, ਲੋਭ ਦੀ ਸੰਗਤ ਕਰਦੀ ਹੈ, ਤਾਂ ਮੇਰੇ ਕੰਮ ਵੀ ਲੋਭ ਵਾਲੇ, ਝੂਠ ਵਾਲੇ ਹੋਣਗੇ ਤੇ ਉਹਦਾ ਫਲ ਵੀ ਮੈਨੂੰ ਉਵੇਂ ਦਾ ਮਿਲੇਗਾ। ਤੇ ਜੇ ਮੇਰੀ ਸੁਰਤ ਜਿਹੜੀ ਹੈ ਸੱਚ ਨਾਲ ਜੁੜੀ ਹੈ, ਭਲੇ ਨਾਲ ਜੁੜੀ ਹੈ, ਪਿਆਰ ਨਾਲ ਜੁੜੀ ਹੈ, ਤਾਂ ਮੇਰੇ ਕੰਮ ਵੀ ਸੱਚੇ, ਭਲੇ ਔਰ ਪਿਆਰੇ ਹੋਣਗੇ ਤੇ ਉਹਦਾ ਫਲ ਵੀ ਮੈਨੂੰ ਉਸੇ ਤਰ੍ਹਾਂ ਦਾ ਮਿਲੇਗਾ। ਇਸ ਲਈ ਡਿਪੈਂਡ ਕਰਦਾ ਹੈ ਸਾਡੇ ਤੇ ਕਿ ਅਸੀਂ ਸੰਗਤ ਕੈਸੀ ਕਰਾਂਗੇ। ਹੁਣ ਦੇਖੋ ਅਸੀਂ ਕਲਾਸ ਵਿੱਚ ਸਾਰੇ ਬੈਠੇ ਹਾਂ, ਇਹ ਸੰਗਤ ਹੈ ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੰਗਤ ਅਸੀਂ ਕਰ ਰਹੇ ਹਾਂ, ਪਰ ਅਸਲੀ ਸੰਗਤ ਸਾਡੀ ਸੁਰਤ ਦੀ ਹੈ। ਜ਼ਰੂਰੀ ਨਹੀਂ ਕਿ ਅਸੀਂ ਕਲਾਸ ਵਿੱਚ ਬੈਠੇ ਹੋਏ ਸਾਰਿਆਂ ਦੀ ਸੁਰਤ ਸੱਚ ਨਾਲ ਜੁੜੀ ਹੋਏ, ਤੇ ਇਹ ਵੀ ਜ਼ਰੂਰੀ ਨਹੀਂ ਕਿ ਸਾਰਿਆਂ ਦੀ ਨਾ ਜੁੜੀ ਹੋਏ। ਮੈਂ ਵਿਚਾਰ ਕਰ ਰਿਹਾ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਮੇਰੀ ਸੁਰਤ ਵੀ ਸੱਚ ਦੇ ਨਾਲ ਜੁੜੀ ਹੋਈ, ਮੇਰੀ ਮੈਂਟੈਲਿਟੀ, ਮੇਰੀ ਸੋਚ ਵੀ ਸੱਚੀ ਹੋਵੇ, ਜ਼ਰੂਰੀ ਨਹੀਂ ਹੈ। ਤੇ ਇਹ ਜ਼ਰੂਰੀ ਵੀ ਨਹੀਂ ਕਿ ਨਾ ਹੋਵੇ। ਇਹ ਹੁਣ ਮੇਰੇ ਤੇ ਜਾਂ ਤੁਹਾਡੇ ਤੇ ਡਿਪੈਂਡ ਕਰੇਗਾ ਕਿ ਸਾਡਾ ਗੋਲ ਕੀ ਹੈ, ਅਸੀਂ ਚਾਹੁੰਦੇ ਕੀ ਹਾਂ। ਅਸੀਂ ਚਾਹੁੰਦੇ ਤੇ ਹਾਂ ਸੁੱਖ ਸਾਡੀ ਜ਼ਿੰਦਗੀ 'ਚ,
ਲੇਕਿਨ ਉਹ ਜਿੱਦਾਂ ਕੰਮਾਂ ਕਰਕੇ ਸੁੱਖ ਮਿਲਣਾ ਉਹ ਅਸੀਂ ਨਹੀਂ ਕਰਨਾ ਚਾਹੁੰਦੇ। ਨੂੰ ਸੱਸ ਦਾ ਕਲੇਸ਼ ਤੇ ਖਤਮ ਕਰਨਾ ਚਾਹੁੰਦੇ ਆ, ਪਰ ਦੋਵੇਂ ਈਗੋ ਨਹੀਂ ਖਤਮ ਕਰਨਾ ਚਾਹੁੰਦੀਆਂ। ਤਾਂ ਪ੍ਰੋਬਲਮ ਤਾਂ ਹੈ ਨਾ, ਪਿਓ ਪੁੱਤਰਾਂ ਦਾ ਕਲੇਸ਼ ਹੈ, ਕਲੇਸ਼ ਖਤਮ ਕਰਨਾ ਚਾਹੁੰਦੇ ਨੇ, ਲੇਕਿਨ ਜਿਹੜੀ ਵਿੱਚ ਈਗੋ ਫਸੀ ਹੈ, ਉਹ ਜਿਹੜਾ ਕਾਰਨ ਹੈ ਉਹਨੂੰ ਦੂਰ ਨਹੀਂ ਕਰਨਾ ਚਾਹੁੰਦੇ। ਉਹਨੂੰ ਦੂਰ ਕਰਨ ਦੀ ਜ਼ਰੂਰਤ ਹੈ। ਜਦੋਂ ਅਸੀਂ ਉਹਨੂੰ ਦੂਰ ਕਰਾਂਗੇ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਸ਼ੁਭ ਗੁਣ ਜਿਹੜੇ ਨੇ ਆ ਸਕਦੇ ਨੇ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਹੋ ਜੀ ਸੰਗਤ ਵਿੱਚ ਮਿਲੇਗਾ ਉਹ ਜਿਹਾ ਫਲ ਖਾ ਲਵੇਗਾ। ਇਸ ਲਈ ਜ਼ਰੂਰਤ ਹੈ ਕਿ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੀ ਜਾਵੇ। ਬੰਦਾ ਗਿਆਨ ਦੀ ਵਰਤੋਂ ਕਰੇ। ਜੇ ਆਪਣੇ ਦਿਮਾਗ ਦੀ ਵਰਤੋਂ ਨਹੀਂ ਕਰਾਂਗੇ ਗੁਰਮਤ ਆਸ਼ੇ ਅਨੁਸਾਰ ਤਾਂ ਫਿਰ ਪ੍ਰੋਬਲਮ ਕ੍ਰੀਏਟ ਹੋਈ। ਕਹਿੰਦੇ ਨੇ ਕੋਈ ਸਫਾਈ ਕਰਮਚਾਰੀ ਜਿਹੜਾ ਹਵਾਈ ਜਹਾਜ਼ ਦੀ ਸਫਾਈ ਕਰਦਾ ਹੈ, ਉਹ ਆਪਣੇ ਪਾਇਲਟ ਵਾਲੇ ਰੂਮ ਵਿੱਚ ਚਲਾ ਗਿਆ, ਕਾਕਪਿਟ ਵਿੱਚ, ਤੇ ਉੱਥੇ ਇੱਕ ਪੇਪਰ ਪਿਆ ਸੀ, ਉਹਦੇ ਤੇ ਲਿਖਿਆ ਸੀ ਵੀ ਹਵਾਈ ਜਹਾਜ਼ ਚਲਾਓ। ਭਈ ਹਵਾਈ ਜਹਾਜ਼ ਚਲਾਉਣ ਵਾਸਤੇ ਹਰਾ ਬਟਨ ਦੱਬੋ। ਉਹ ਸੀਟ ਤੇ ਬਹਿ ਕੇ ਉਹਨੇ ਹਰਾ ਬਟਨ ਦੱਬਿਆ ਤੇ ਜਹਾਜ਼ ਸਟਾਰਟ ਹੋ ਗਿਆ। ਉਹ ਕਹਿਣ ਲੱਗਾ ਹਵਾਈ ਜਹਾਜ਼ ਨੂੰ ਅੱਗੇ ਤੋਰਨ ਵਾਸਤੇ ਪੀਲਾ ਬਟਨ ਦੱਬੋ। ਉਹਨੇ ਪੀਲਾ ਬਟਨ ਦੱਬਿਆ ਤੇ ਹਵਾਈ ਜਹਾਜ਼ ਜਿਹੜਾ ਸੀ ਉਹ ਰਨਵੇ ਤੇ ਦੌੜਨਾ ਸ਼ੁਰੂ ਕਰ ਦਿੱਤਾ। ਉੱਥੇ ਲਿਖਿਆ ਸੀ ਕਿ ਹਵਾਈ ਜਹਾਜ਼ ਨੂੰ ਉਡਾਉਣ ਵਾਸਤੇ ਹਰੇ ਬਟਨ ਨੂੰ ਥੋੜਾ ਜਿਹਾ ਦੁਬਾਰਾ ਪ੍ਰੈਸ ਕਰੋ। ਉਹਨੇ ਹਰੇ ਬਟਨ ਨੂੰ ਦੁਬਾਰਾ ਪ੍ਰੈਸ ਕੀਤਾ। ਮਤਲਬ ਪੇਪਰ ਸੀ ਨਾ, ਪਹਿਲੇ ਤੇ ਪੇਪਰ ਤੇ ਲਿਖਿਆ ਸੀ ਕਿ ਹਵਾਈ ਜਹਾਜ਼ ਸਟਾਰਟ ਕਰਨ ਲਈ ਹਰਾ ਬਟਨ ਦੱਬੋ। ਉਹਨੇ ਹਰਾ ਬਟਨ ਦੱਬ ਦਿੱਤਾ। ਜਦੋਂ ਦੂਜਾ ਪੇਪਰ ਪਲਟਿਆ, ਉਹਨੇ ਚੁੱਕ ਕੇ ਪੇਪਰ ਰੱਖਿਆ, ਦੂਜੇ ਪੇਪਰ ਤੇ ਲਿਖਿਆ ਸੀ ਹਵਾਈ ਜਹਾਜ਼ ਨੂੰ ਅੱਗੇ ਤੋਰਨ ਲਈ ਲਾਲ ਬਟਨ ਦੱਬੋ। ਉਹਨੇ ਲਾਲ ਦੱਬਿਆ, ਹਵਾਈ ਜਹਾਜ਼ ਅੱਗੇ। ਤੀਜੇ ਪੇਪਰ ਤੇ ਜਦੋਂ ਦੂਜਾ ਚੁੱਕ ਕੇ ਥੱਲੇ ਰੱਖਿਆ, ਤੀਜੇ ਪੇਪਰ ਦੇ ਉੱਤੇ ਲਿਖਿਆ ਸੀ ਕਿ ਹਵਾਈ ਜਹਾਜ਼ ਨੂੰ ਹਵਾ ਚ ਉਡਾਉਣ ਲਈ ਹਰੇ ਬਟਨ ਨੂੰ ਦੁਬਾਰਾ ਪ੍ਰੈਸ ਕਰੋ। ਉਹਨੇ ਦੁਬਾਰਾ ਪ੍ਰੈਸ ਕੀਤਾ, ਹਵਾਈ ਜਹਾਜ਼ ਜਿਹੜਾ ਆਕਾਸ਼ ਵਿੱਚ ਉੱਡਣ ਲੱਗ ਗਿਆ। ਤੇ ਉਹਨੇ ਜਦੋਂ ਤੀਜਾ ਪੇਪਰ ਚੁੱਕ ਕੇ ਚੌਥਾ ਪੜਿਆ ਨਾ, ਉਹਦੇ ਉੱਤੇ ਲਿਖਿਆ ਸੀ ਕਿ ਹਵਾਈ ਜਹਾਜ਼ ਨੂੰ ਲੈਂਡ ਕਰਨ ਵਾਸਤੇ ਬਾਕੀ ਦੇ ਪੇਪਰ ਬਾਜ਼ਾਰ ਚੋਂ ਖਰੀਦੋ। ਹੁਣ ਜਦੋਂ ਤੱਕ ਪੂਰਾ ਗਿਆਨ ਨਹੀਂ ਹੈਗਾ, ਹੁਣ ਉੱਡਦਾ ਫਿਰ ਹੁਣ ਤੇ ਕ੍ਰੈਸ਼ ਹੀ ਹੋਏਗਾ ਨਾ। ਤਾਂ ਜ਼ਰੂਰਤ ਹੈਗੀ ਕਿ ਜਿਹੋ ਜੀ ਸੰਗਤ ਵਿੱਚ ਕੋਈ ਮਿਲੇਗਾ ਸਾਨੂੰ ਉਹ ਜਿਹਾ ਫਲ ਮਿਲ ਜਾਏਗਾ। ਇਸ ਲਈ ਮਨ ਜਿਹੜਾ ਹੈ ਉੱਡਦਾ ਫਿਰਦਾ ਹੈ। ਤੇ ਐਵੇਂ ਮਨ ਨੂੰ ਨਾ ਉਡਾਓ ਵੀ ਲਾਲ ਬਟਨ ਦੱਬ ਕੇ ਤੇ ਉਡਾ ਦੇ ਥੱਲੇ ਲਾਣ ਦਾ ਪਤਾ ਨਾ ਹੋਵੇ। ਕਬੀਰ ਜੀ ਕਹਿੰਦੇ ਨੇ ਕਿ ਇਹ ਪਤਾ ਹੁੰਦਿਆਂ ਹੋਇਆਂ ਵੀ ਕਿ ਇਹਨਾਂ ਚੀਜ਼ਾਂ ਵਿੱਚ ਮੇਰਾ ਭਲਾ ਹੈ, ਲੋਕ ਉਸ ਚੀਜ਼ ਨੂੰ ਅਪਣਾਉਂਦੇ ਨਹੀਂ। ਮਨ ਪੰਛੀ ਦੀ ਤਰ੍ਹਾਂ ਉੱਡਦਾ ਰਹਿੰਦਾ ਹੈ। ਜਿਹੋ ਜੀ ਸੰਗਤ ਵਿੱਚ ਮਿਲੋਗੇ ਉਹੋ ਜਿਹਾ ਫਲ ਖਾ ਲੋਗੇ। ਔਰ ਇਹ ਚੀਜ਼ ਸਪਸ਼ਟ ਹੈ। ਜਿਹੜੇ ਲੋਕ ਹੁਣ ਕੇਵਲ ਬਾਬਿਆਂ ਦੀਆਂ ਗੱਲਾਂ ਸੁਣ ਰਹੇ ਨੇ, ਵਹਿਮ ਵਾਲੀਆਂ, ਅੰਧ ਵਿਸ਼ਵਾਸਾਂ, ਕਰਮ ਕਾਂਡਾਂ ਵਾਲੀਆਂ ਜਾਂ ਕਰਾਮਾਤਾਂ ਵਾਲੀਆਂ, ਉਹਨਾਂ ਦੇ ਮਨ ਦੇ ਅੰਦਰ ਉਹ ਵਿਸ਼ਵਾਸ ਬਣ ਗਏ ਨੇ, ਵੈਸੇ ਤਰ੍ਹਾਂ ਹੀ ਖੱਜਲ ਖੁਆਰ ਹੋ ਰਹੇ ਨੇ। ਲੇਕਿਨ ਜੇ ਅਸੀਂ ਗੁਰੂ ਦੀ ਗੱਲ ਸੁਣੀਏ, ਗੁਰੂ ਦੀ ਪਾਵਨ ਬਾਣੀ ਨੂੰ ਅਸੀਂ ਆਪ ਪੜ੍ਹੀਏ, ਗੁਰਬਾਣੀ ਦੇ ਅਰਥ ਭਾਵਾਂ ਨੂੰ ਆਪ ਵਿਚਾਰੀਏ ਔਰ ਸੱਚੇ ਰਾਹ ਤੇ ਚੱਲੀਏ ਤਾਂ ਸਾਨੂੰ ਉਹ ਫਲ ਮਿਲ ਜਾਏਗਾ ਜੋ ਗੁਰੂ ਜੀ ਸਾਨੂੰ ਦੇਣਾ ਚਾਹੁੰਦੇ ਨੇ। ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਪਿਆ ਜਾ ਕੋ ਕਹਿਤਾ ਔਰ। ਜਾਕੋ ਦਾ ਮਤਲਬ ਜਿਸ ਨੂੰ, ਠੌਰ ਦਾ ਮਤਲਬ ਹੈ ਥਾਂ। ਕਬੀਰ ਜੀ ਕਹਿੰਦੇ ਨੇ ਕਿ ਪ੍ਰਭੂ ਦੀ ਸਿਫਤ ਸਲਾਹ ਕਰਦਿਆਂ, ਪ੍ਰਭੂ ਦੇ ਗੁਣ ਗਾਉਂਦਿਆਂ, ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਅਨੰਤ ਨੇ, ਪਰ ਸਿਫਤ ਸਲਾਹ ਕੀਤਿਆਂ ਮੈਂ ਪ੍ਰਭੂ ਦੇ ਚਰਨਾਂ ਦੀ ਜਿਹੜੀ ਥਾਂ ਲੱਭਦਾ ਸਾਂ, ਮੈਨੂੰ ਥਾਂ ਲੱਭ ਗਈ। ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ। ਅਸੀਂ ਚਾਹੁੰਦੇ ਹਾਂ ਨਾ ਕਿ ਰੱਬ ਦੇ ਵਿੱਚ ਲੀਨ ਹੋਣਾ, ਰੱਬੀ ਚਰਨਾਂ ਵਿੱਚ ਜੁੜਨਾ। ਤਾਂ ਕਬੀਰ ਜੀ ਕਹਿੰਦੇ ਨੇ ਮੈਨੂੰ ਉਹ ਜਗ੍ਹਾ ਮਿਲ ਗਈ ਹੈ, ਰੱਬ ਦੇ ਚਰਨ ਮਿਲ ਗਏ ਨੇ, ਰੱਬ ਦੇ ਵਿੱਚ ਮੈਂ ਲੀਨ ਹੋ ਗਿਆ। ਮੈਨੂੰ ਪਤਾ ਲੱਗ ਗਿਆ ਵੀ ਰੱਬ ਹੈ ਕੀ, ਰੱਬ ਕਿੱਥੇ ਰਹਿੰਦਾ ਹੈ, ਰੱਬ ਕੀ ਹੈ, ਰੱਬ ਕਿੱਥੇ ਰਹਿੰਦਾ ਹੈ। ਮੈਨੂੰ ਉਹ ਥਾਂ ਮਿਲ ਗਿਆ, ਉਹ ਟਿਕਾਣਾ ਮਿਲ ਗਿਆ। ਕਬੀਰ ਜਾ ਕੋ ਖੋਜ ਤੇ, ਜਿਹਨੂੰ ਖੋਜਦੇ ਫਿਰਦੇ ਸਾਂ, ਕੋਈ ਜੰਗਲਾਂ ਵਿੱਚ ਤੁਰਿਆ ਫਿਰਦਾ ਹੈ, ਕੋਈ ਤਿਆਗ ਕਰੀ ਫਿਰਦਾ ਹੈ, ਕੋਈ ਸਮਾਧੀਆਂ ਲਾਉਂਦਾ ਫਿਰਦਾ ਹੈ, ਕੋਈ ਮਾਲਾ ਫੇਰ ਰਿਹਾ ਹੈ, ਕੋਈ ਧੂਣੀਆਂ ਤਾਈ ਬੈਠਾ ਹੈ। ਕਿੰਨੇ ਸਾਰੇ ਕਰਮ ਲੋਕ ਕਰ ਰਹੇ ਨੇ, ਅਸੰਖ ਜਪ ਅਸੰਖ ਭਾਉ, ਅਸੰਖਾਂ ਲੋਕ ਕਰਮ ਕਰੀ ਜਾ ਰਹੇ ਨੇ, ਲੇਕਿਨ ਮਿਲਿਆ ਨਹੀਂ। ਕਬੀਰ ਜੀ ਕਹਿੰਦੇ ਨੇ ਜਿਹਨੂੰ ਲੱਭਦਾ ਫਿਰਦਾ ਸੀ ਨਾ, ਉਹ ਥਾਂ ਲੱਭ ਗਈ। ਤੇ ਜਦੋਂ ਥਾਂ ਲੱਭੀ ਤੇ ਹੋਇਆ ਕੀ ਪਤਾ ਲੱਗਾ, ਸੋਈ ਫਿਰਕੇ ਤੂੰ ਪਿਆ ਜਾ ਕੋ ਕਹਿਤਾ ਔਰ। ਫਿਰਕੇ ਦਾ ਮਤਲਬ ਮੁੜ ਕੇ, ਪਲਟ ਕੇ, ਤਬਦੀਲ ਹੋ ਕੇ। ਜਾਕੋ ਦਾ ਮਤਲਬ ਜਿਹਨੂੰ,
ਕਬੀਰ ਜੀ ਕਹਿੰਦੇ ਨੇ, ਜਿਸ ਪ੍ਰਭੂ ਨੂੰ ਮੈਂ ਕੋਈ ਹੋਰ ਸਮਝਦਾ ਸਾਂ ਨਾ ਕਿ ਰੱਬ ਹੋਰ ਹੈ ਤੇ ਮੈਂ ਹੋਰ ਹਾਂ, ਮੈਂ ਉਸ ਰੱਬ ਦਾ ਹੀ ਰੂਪ ਹੋ ਗਿਆ। ਮੈਨੂੰ ਪਤਾ ਲੱਗ ਗਿਆ ਵੀ ਮੈਂ ਆਪ ਹੀ ਰੱਬ ਦਾ ਰੂਪ ਹਾਂ, ਮੈਂ ਰੱਬ ਨਾਲੋਂ ਵੱਖਰਾ ਨਹੀਂ ਹਾਂ, ਰੱਬ ਮੇਰੇ ਤੋਂ ਵੱਖਰਾ ਨਹੀਂ ਹੈ। ਸੋਈ ਫਿਰਕੈ ਤੂੰ ਪਿਆ ਜਾ ਕੋ ਕਹਿਤਾ ਔਰ, ਹੈ ਕਬੀਰ ਜਿਸ ਪ੍ਰਭੂ ਨੂੰ ਤੂੰ ਪਹਿਲਾਂ ਕੋਈ ਹੋਰ ਆਖਦਾ ਸੈਂ, ਜਿਹਨੂੰ ਪਹਿਲਾਂ ਆਪਣੇ ਨਾਲੋਂ ਵੱਖਰਾ ਸਮਝਦਾ ਸੈਂ, ਸਿਫਤ ਸਲਾਹ ਦੀ ਬਰਕਤ ਦੇ ਨਾਲ ਬਦਲ ਕੇ ਉਸੇ ਦਾ ਰੂਪ ਬਣ ਗਿਆ, ਉਹਦੇ ਵਿੱਚ ਹੀ ਲੀਨ ਹੋ ਗਿਆ, ਉਹਦੇ ਵਿੱਚ ਹੀ ਇੱਕ ਮਿਕ ਹੋ ਗਿਆ। ਸਮਝ ਆ ਗਈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤਾਂ ਦੇਖੋ ਇਸ ਸ਼ਲੋਕ ਰਾਹੀਂ ਸਾਡੀ ਕਿੱਡੀ ਵੱਡੀ ਸਮੱਸਿਆ ਹੱਲ ਹੋ ਰਹੀ ਹੈ। ਰੱਬ ਕੋਈ ਵੱਖਰਾ ਨਹੀਂ ਜਿਹਨੂੰ ਅਸੀਂ ਵੱਖਰਾ ਰੱਬਦੇ ਫਿਰਦੇ ਹਾਂ ਕਿ ਉੱਤੇ ਸੱਚਖੰਡ ਵਿੱਚ ਬੈਠਾ ਹੈ, ਮਾਲਾ ਫੇਰਿਆ ਉਹ ਥੱਲੇ ਉਤਰ ਕੇ ਦਰਸ਼ਨ ਦੇਗਾ, ਉੱਤੇ ਕਿਤੇ ਜੰਨਤ ਵਿੱਚ, ਸਵਰਗ ਵਿੱਚ, ਬੈਕੁੰਠ ਧਾਮ ਵਿੱਚ ਬੈਠਾ ਹੈ ਕਿ ਅਸੀਂ ਧੂਣੀਆਂ ਧਾਵਾਂਗੇ ਤੇ ਫਿਰ ਉਹ ਪ੍ਰਗਟ ਹੋਏਗਾ ਖੁਸ਼ ਹੋ ਕੇ ਵੀ ਵਾਹ ਵਿਵਾਗ ਦੇ ਵਿੱਚ ਤੂੰ ਬੜਾ ਸੜਿਆ ਤੇ ਅੱਜ ਮੈਂ ਆ ਗਿਆ ਵੀ ਭਗਤਾਂ ਮੰਗ ਕੀ ਮੰਗਣਾ, ਤੇ ਫਿਰ ਮੈਂ ਮੰਗਾਂਗਾ ਵੀ ਮੇਰੇ ਗੁਆਂਢੀ ਮਰ ਜਾਣ ਤੇ ਮੈਂ ਜਿਉਂਦਾ ਰਹਾਂ। ਐਵੇਂ ਦਾ ਨਹੀਂ ਰੱਬ ਹੈ। ਸੋਈ ਫਿਰ ਕਹਿ ਤੂੰ ਪਿਆ ਕਿ ਮੁੜ ਕੇ ਤੂੰ ਉਹੀ ਹੋ ਗਿਆ। ਸਮਝ ਆ ਗਈ ਕਿ ਮੈਂ ਉਸ ਰੱਬ ਤੋਂ ਕਦੇ ਵੀ ਵੱਖਰਾ ਨਹੀਂ ਹਾਂ, ਰੱਬ ਮੇਰੇ ਤੋਂ ਵੱਖਰਾ ਨਹੀਂ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਿਕ ਕਟਿਕ ਜਲ ਤਰੰਗ ਜੈਸਾ। ਇਹ ਸ਼ਬਦਾਂ ਦੀ ਵਿਚਾਰ ਅਸੀਂ ਬੜੀ ਵਾਰ ਪਿੱਛੇ ਕਰ ਚੁੱਕੇ ਹਾਂ। ਕਬੀਰ ਜੀ ਅੱਗੇ ਚੱਲ ਕੇ ਸ਼ਲੋਕਾਂ ਵਿੱਚ ਸਾਨੂੰ ਦੱਸਣਗੇ ਕਿ ਅਬ ਤੋਂ ਜਾਏ ਚੜ੍ਹੇ, ਪਿੱਛੇ ਅਸੀਂ ਪੜ੍ਹ ਰਹੇ ਹਾਂ ਕਬੀਰ, ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਨੀ, ਰਾਮ ਕਬੀਰਾ ਏਕ ਪੈ ਹੈ ਕੋਈ ਨਾ ਸਕੇ ਪਛਾਨੀ। ਤਾਂ ਜੋ ਸਿਫਤ ਸਲਾਹ ਦੀ ਬਰਕਤ ਹੈ ਨਾ, ਪਿੱਛੇ ਸਾਨੂੰ ਦੱਸਿਆ ਹੈ ਕਿ ਦੀਨ ਨੂੰ ਦੁਨੀ ਵਾਸਤੇ ਨਾ ਗਵਾਓ, ਦੀਨ ਗਵਾਇਆ ਦੁਨੀ ਸੋ, ਵਿਕਾਰਾਂ ਦੇ ਵਿੱਚ ਖਚਤ ਨਾ ਹੋਵੋ। ਇਹ ਸਾਰੇ ਕੰਮ ਜਿਹੜੇ ਨੇ ਮਾੜੇ ਨੇ। ਜੇ ਤੁਸੀਂ ਰੱਬੀ ਗੁਣਾਂ ਦੇ ਨਾਲ ਜੁੜੋਗੇ ਨਾ, ਰੱਬ ਦੀ ਸਿਫਤ ਸਲਾਹ ਕਰੋਗੇ, ਰੱਬੀ ਰਜ਼ਾ ਵਿੱਚ ਤੁਰੋਗੇ, ਤਾਂ ਤੁਸੀਂ ਰੱਬ ਹੀ ਬਣ ਜਾਓਗੇ। ਰੱਬ ਤੁਹਾਡੇ ਤੋਂ ਵੱਖਰਾ ਨਹੀਂ ਹੈ, ਤੁਹਾਨੂੰ ਸਮਝ ਆ ਜਾਏਗੀ। ਇਹ ਕਿਵੇਂ ਆਇਆ ਹੋਏਗਾ? ਰੱਬੀ ਗੁਣਾਂ ਦੇ ਧਾਰਨੀ ਹੋਣ ਨਾਲ। ਦੇਖੋ, ਸਤ ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ, ਨਿਰਭੈਤਾ, ਨਿਰਵੈਰਤਾ, ਇਹ ਸਾਰੇ ਗੁਣ ਰੱਬ ਹੀ ਤੇ ਹੈ, ਰੱਬ ਦਾ ਰੂਪ, ਰੱਬ ਦੇ ਗੁਣ ਨੇ। ਇਹਨਾਂ ਗੁਣਾਂ ਦੇ ਵਿੱਚ ਮਿਲ ਜਾਣਾ ਹੀ ਰੱਬ ਵਿੱਚ ਮਿਲ ਜਾਣਾ ਹੈ। ਇਹਨਾਂ ਗੁਣਾਂ ਦੀ ਲਗਨ ਲਾਣੀ ਹੀ ਰੱਬੀ ਭਗਤੀ ਹੈ। ਭਗਤੀ ਕੋਈ ਹੋਰ ਵੱਖਰੀ ਨਹੀਂ ਹੈ। ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਵਿਣ ਗੁਣ ਕੀਤੇ ਭਗਤ ਨਾ ਹੋਏ। ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਇਸ ਗੱਲ ਦੀ ਸਮਝ ਆ ਗਈ, ਜਿਹਨੂੰ ਮੈਂ ਬਾਹਰ ਲੱਭਦਾ ਫਿਰਦਾ ਸਾਂ ਕਿ ਉਹ ਮੈਂ ਹੀ ਹਾਂ, ਮੇਰਾ ਆਪਣਾ ਆਪਾ ਹੀ ਹੈ, ਮੈਂ ਉਹਦੇ ਵਿੱਚ ਹੀ ਲੀਨ ਹੋ ਗਿਆ। ਤਾਂ ਗੁਰੂ ਪਾਤਸ਼ਾਹ ਦੀ ਰਹਿਮਤ ਔਰ ਬਖਸ਼ਿਸ਼ ਕਰਨ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ।